ਵਾਹਿਗੁਰੂ ਵਾਹਿਗੁਰੂ जो हमरी बिद होती मेरे सतगुरा साबिद तुम हर जानो आपे। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन केरा जित मिले चुके सब सोग संतापे। मेरे सतगुर पूरे मैं गरीब सच टेक तूं। मेरे सतगुर पूरे मैं गरीब सत टेक तूं, सत टेक तूं। मेरे सतगुर पूरे मैं गरीब सच टेक तूं, सच टेक तूं। मेरे सतगुर पूरे सच टेक तूं, सच टेक तूं। देख तुम्हारा दर्शनों, देख तुम्हारा दर्शनों, देख तुम्हारा दर्शनों। मेरा मन धीरे, मेरा मन धीरे, सच टेक तूं,
सतगुर पूरे मैं गरीब सच टेक तू सच टेक तू कोई ना किस ही संग काहे कर बिया 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 एक नाम आधार और जल कर बिया एक नाम आधार और जल कर बिया और जल कर बिया और जल कर बिया मैं गरीब सच टेक मेरे सतगुर पूरे मैं गरीब सच टेक तू सच टेक तू राजमाल जंजाल काज ना कीते गनो राजमाल जंजाल काज ना कीते गनो राजमाल जंजाल काज ना गनो राजमाल जंजाल काज नहित गनो हर कीर्तन आधार निचल हो तनो हर कीर्तन आधार में चल देवो धनो नेह चल एहो धनो नेह चल एहो धनो मैं गरीब सच टेक तू सच टेक तू मेरे
ਟੇਕ ਤੂੰ ਸੱਚ ਟੇਕ ਤੂੰ। ਜਿਤ ਮਾਇਆ ਰੰਗ ਤੇਤ ਪਛਾਵਿਆ, ਜਿਤ ਮਾਇਆ ਰੰਗ ਤੇਤ ਪਛਾਵਿਆ, ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ, ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ, ਗੁਰਮੁਖ ਗਾਵਿਆ, ਗੁਰਮੁਖ ਗਾਵਿਆ। ਮੈਂ ਗਰੀਬ ਸੱਚ ਟੇਕ ਤੂੰ ਸੱਚ ਟੇਕ ਮੇਰੇ ਸਤਿਗੁਰ ਪੂਰੇ। ਮੈਂ ਗਰੀਬ ਸੱਚ ਟੇਕ ਤੂੰ ਸੱਚ ਟੇਕ ਤੂੰ। ਸੱਚਾ ਗੁਣੀ ਨਿਧਾਨ ਤੂੰ ਪ੍ਰਭ, 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 ਗਹਿਰ ਗੰਭੀਰੇ ਗਹਿਰ ਗੰਭੀਰੇ ਆਸ ਭਰੋਸਾ ਖਸਮ ਕਾ, ਆਸ ਭਰੋਸਾ ਖਸਮ ਕਾ, ਨਾਨਕ ਕੇ ਜੀਅਰੇ ਨਾਨਕ ਕੇ ਜੀਅਰੇ। ਮੈਂ ਗਰੀਬ ਸੱਚ ਟੇਕ ਤੂੰ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ। ਮੈਂ
ਸੱਚ ਟੇਕ ਤੂੰ ਸੱਚ ਟੇਕ ਤੂੰ ਦੇਖ ਤੁਮਾਰਾ ਦਰਸ਼ਨ ਦੇਖ ਤੁਮਾਰਾ ਦਰਸਨੋ ਦੇਖ ਤੁਮਾਰਾ ਦਰਸ਼ਨ ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ ਮੇਰਾ ਮਨ ਧੀਰੇ ਸੱਚ ਟੇਕ ਤੂੰ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਮੈਂ ਗਰੀਬ ਸੱਚ ਟੇਕ ਤੂੰ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਮੈਂ ਗਰੀਬ ਸੱਚ ਟੇਕ ਤੂੰ ਸੱਚ ਟੇਕ ਤੂੰ ਸੱਚ ਟੇਕ ਸੱਚ ਟੇਕ ਤੂੰ ਸੱਚ ਟੇਕ ਤੂੰ ਵਾਹਿਗੁਰੂ ਮੇਰੇ ਸਤਿਗੁਰ ਪੂਰੇ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਮੈਂ ਗਰੀਬ ਸੱਚ ਟੇਕ ਤੂੰ ਸੱਚ ਟੇਕ ਤੂੰ ਸੱਚ ਟੇਕ ਤੂੰ ਸੱਚ ਟੇਕ ਤੂੰ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਹਜ਼ੂਰੀ ਦਾ ਅਹਿਸਾਸ ਆਪਣੇ ਹਿਰਦਿਆਂ ਵਿੱਚ ਮਾਣਦੇ ਹੋਏ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਸੀਸ ਧਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਪਿਆਰ ਨਾਲ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਤਾਰ ਜੀ ਨੇ ਬੜੀ ਮਹਾਨ ਬਖਸ਼ਿਸ਼ ਕਿਰਪਾ ਕਰਕੇ ਸਾਨੂੰ ਸਭਨਾਂ ਨੂੰ ਕੁਝ ਦਿਨਾਂ ਦਾ ਸਮਾਂ ਆਪਣੇ ਚਰਨ ਕਮਲ ਕੀ ਮੌਜ ਨੂੰ, ਜਿੱਥੇ ਗੁਰੂ ਪਾਤਸ਼ਾਹ ਜੀ ਨੇ ਮਾਨਣ ਦਾ ਸੁਭਾਗਾ ਅਵਸਰ ਦਿੱਤਾ। ਅਭਿਆਸੀਆਂ ਨੇ ਮਿਲ ਕੇ ਸਿਮਰਨ ਦੇ ਆਨੰਦ ਨੂੰ ਮਾਣਿਆ। ਕੀਰਤਨ ਨਾਲ ਪਿਆਰ ਕਰਨ ਵਾਲਿਆਂ ਨੇ ਕਰਤੇ ਦੀ ਕੀਰਤੀ ਨੂੰ ਗਾ ਕੇ
ਆਪਣੀ ਰਚਨਾ ਨੂੰ ਸਫਲੀ ਬਣਾਇਆ। ਗੁਰਮਤਿ ਵਿਚਾਰਾਂ ਦੇ ਨਾਲ ਹਿਰਦਿਆਂ ਨੂੰ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕੀਤਾ। ਅੱਜ ਇਹ ਸਮਾਗਮ ਚੱਲਦਾ ਚੱਲਦਾ ਤਕਰੀਬਨ ਆਪਣੇ ਆਖਰੀ ਪੜਾਅ ਤੇ ਪਹੁੰਚਿਆ। ਬੀਬੀ ਇੰਦਰਪ੍ਰੀਤ ਕੌਰ ਸਮੁੱਚੇ ਜਥੇ ਵੱਲੋਂ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕੀਤਾ ਗਿਆ। ਕੋਲ ਕਮਾਈ ਲਾਲਣਾ ਗੁਰ ਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ। ਭਿੱਜ ਕੇ ਜਾਣਾ ਗੁਰੂ ਦੇ ਪਿਆਰ ਵਿੱਚ ਗੁਰਮੁਖੋ। ਆਓ ਸਤਿਗੁਰੂ ਜੀ ਦਇਆ ਕਰਨ, ਇਸ ਹੋ ਰਹੀ ਕੀਰਤਨ ਦੀ ਅੰਮ੍ਰਿਤ ਵਰਖਾ ਦੀਆਂ ਕੁਝ ਬੂੰਦਾਂ ਜਨਮਾਂ ਜਨਮਾਤਰਾਂ ਦੇ ਸੁੱਕੇ ਹੋਏ ਮਨਾਂ ਦੇ ਉੱਤੇ ਪੈ ਜਾਣ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਗੁਰੂ ਕੀ ਹਜ਼ੂਰੀ ਵਿੱਚ ਸਜੇ ਹੋ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਜ਼ਿੰਦਗੀ ਦੇ ਵਿੱਚ ਬਹੁਤ ਘੱਟ ਲੋਕ ਉਹ ਹੁੰਦੇ ਨੇ ਜਿਨ੍ਹਾਂ ਨੇ ਆਪਣੀ ਅੱਖਾਂ ਦੇ ਨਾਲ ਹੀਰੇ ਨੂੰ ਤੱਕਿਆ ਹੋਵੇ। ਹੀਰੇ ਦਾ ਭਾਰ, ਉਹਦਾ ਆਕਾਰ ਬੜਾ ਛੋਟਾ ਜਿਹਾ, ਬੜਾ ਜਿਹਾ ਹੁੰਦਾ। ਉਸ ਹੀਰੇ ਨੂੰ ਬੜੀ ਥੋੜੀ ਜੀ ਥਾਂ ਤੇ ਸਾਂਭਿਆ ਜਾ ਸਕਦਾ ਹੈ, ਲਪੇਟਿਆ ਜਾ ਸਕਦਾ ਹੈ। ਪਰ ਜਦੋਂ ਉਸ ਹੀਰੇ ਦੀ ਕਿਸੇ ਜੌਹਰੀ ਦੇ ਪਾਸ ਜਾ ਕੇ ਕੀਮਤ ਪਵਾਈ ਜਾਏ, ਹੈ ਬੜਾ ਛੋਟਾ ਸੀ, ਭਾਰ ਬਹੁਤ ਥੋੜਾ ਸੀ। ਅੱਜ ਜੌਹਰੀ ਨੇ ਕੀਮਤ ਪਾਈ, ਇਤਨਾ ਧਨ ਦਿੱਤਾ, ਇਤਨੇ ਰੁਪਏ ਦਿੱਤੇ, ਸਾਂਭੇ ਨਾ ਜਾਣ, ਦੌਲਤ ਦਾ ਅੰਬਾਰ ਲੱਗ ਗਿਆ। ਭਾਈ ਗੁਰਦਾਸ ਜੀ ਨੇ ਇਹ ਸੁੰਦਰ ਉਦਾਹਰਨਾਂ ਦੇ ਕੇ ਸਾਨੂੰ ਇਸ ਸਮੇਂ ਦੀ ਕਦਰ ਕਰਨ ਦਾ ਵੱਲ ਸਿਖਾਇਆ। ਬਚਨ ਕਰਦੇ ਨੇ, ਜੈਸੇ ਹੀਰਾ ਹਾਥ ਮੇ ਤਨਕ ਸੋ ਦਿਖਾਈ ਦੇਤ। ਹੱਥ 'ਚ ਫੜਿਆ ਹੀਰਾ ਬੜਾ ਛੋਟਾ ਜਿਹਾ ਦਿਸਦਾ। ਆ ਹੀਰਾ ਮਨੁੱਖਾ ਜਨਮ ਵੀ ਸਾਨੂੰ ਬੜਾ ਤੁੱਛ ਜਿਹਾ ਜਾਪਦਾ। ਚਲੋ ਕੀ ਆ, ਮਿਲ ਗਿਆ ਸਰੀਰ, ਇਹਦੀ ਵੀ ਕਦਰ ਨਹੀਂ ਆਪਾਂ ਕਰਦੇ। ਮਹਾਰਾਜ ਜੀ ਨੇ ਇਹਨੂੰ ਵੀ ਹੀਰਾ ਆਖਿਆ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਫਰੀਜ ਮਿਲਿਆ ਨਾ, ਕਦਰ ਨਹੀਂ। ਭਾਈ ਸਾਹਿਬ ਜੀ ਕਹਿੰਦੇ, ਜੈਸੇ ਹੀਰਾ ਹਾਥ ਮੇ ਤਨਕ ਸੋ ਦਿਖਾਈ ਦੇਤ। ਛੋਟਾ ਜਿਹਾ ਦਿਸਦਾ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜਦੋਂ ਮੁੱਲ ਪਵਾਇਆ, ਦਮੜੇ ਰੁਪਈਆਂ ਦੇ ਨਾਲ ਭੰਡਾਰੇ ਭਰੇ ਗਏ। ਜੈਸੇ ਬਰ ਬੰਦੇ ਹੁੰਡੀ ਲਾਗਤ ਨਾ ਭਾਰ ਕਛੂ। ਆਗੇ ਜਾਏ ਪਾਈਏਤ ਲక్ష్ਮੀ ਅਪਾਰ ਜੀ। ਪੁਰਾਣੇ ਸਮਿਆਂ ਦੇ ਵਿੱਚ ਹੁੰਡੀ ਹੁੰਦੀ ਸੀ, ਅੱਜ ਕੱਲ ਦੇ ਸਮੇਂ ਵਿੱਚ ਚੈੱਕ ਹੁੰਦਾ ਬੈਂਕ ਦਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪਰਿਵਾਰ ਦੇ ਲੋਕਾਂ ਨੇ ਆਖਿਆ ਸੀ ਕਿ ਗੁਰਤਾ ਗੱਦੀ ਤੇ ਹੱਕ ਤੇ ਤੁਹਾਡੇ ਪੁੱਤਰਾਂ ਦਾ ਬਣਦਾ, ਧਿਆਨ ਦੇਣਾ। ਤੁਸੀਂ ਬਾਬੇ ਲਹਿਣੇ ਨੂੰ ਆਪਣੀ ਗੱਦੀ ਤੇ ਬਿਠਾ ਰਹੇ ਹੋ, ਇਹ ਦੁਨੀਆ ਤੋਂ ਉਲਟੀ ਰੀਤ ਹੈ। ਹੱਕ ਤੁਹਾਡੇ ਬੱਚਿਆਂ ਦਾ, ਤੁਹਾਡੇ ਪਰਿਵਾਰ ਦਾ ਬਣਦਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਆਖਿਆ ਸੀ ਸਾਰਿਆਂ ਨੂੰ, ਭਾਈ ਮੈਂ ਆਪਣੇ ਕੋਲੋਂ ਕੁਝ ਨਹੀਂ ਦੇ ਰਿਹਾ,
ਮੇਰੇ ਪਿਆਰੇ ਪ੍ਰੀਤਮ ਨੇ, ਮੇਰੇ ਕਰਤਾਰ ਨੇ ਮੈਨੂੰ ਇੱਕ ਹੁੰਡੀ ਦਿੱਤੀ ਸੀ, ਇੱਕ ਚੈੱਕ ਦਿੱਤਾ ਸੀ, ਮੈਂ ਤੇ ਭਾਈ ਲੈਣੇ ਨੂੰ ਦੇ ਰਿਹਾ ਕੈਸ਼ ਕਰਨ ਵਾਸਤੇ। ਕਹਿਣ ਤੋਂ ਭਾਵ ਪ੍ਰਾਤਨ ਸਮੇਂ ਦੀ ਹੁੰਡੀ। ਅੱਜ ਕੋਈ ਬੈਂਕ ਸਾਨੂੰ ਚੈੱਕ ਦਿੰਦਾ, ਕੋਈ ਉਹਦਾ ਭਾਰ ਨਹੀਂ, ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਹੈ। ਪਰ ਜਦੋਂ ਜਾ ਕੇ ਆਪਾਂ ਕਿਸੇ ਬੈਂਕਰ ਨੂੰ ਦਿਖਾਉਂਦੇ ਹਾਂ, ਉਹ ਕਾਗਜ਼ ਦਾ ਟੁਕੜਾ ਲੈ ਕੇ ਸਾਨੂੰ ਕਿੰਨੀ ਮਾਇਆ ਦੇ ਦਿੰਦਾ ਹੈ, ਕਿੰਨੇ ਪੈਸੇ ਦੇ ਦਿੰਦਾ ਹੈ। ਉਹ ਕਾਗਜ਼ ਦਾ ਟੁਕੜਾ ਬੜਾ ਛੋਟਾ ਸੀ, ਕੋਈ ਭਾਰਾ ਨਹੀਂ ਸੀ। ਤੀਸਰੀ ਉਦਾਹਰਣ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੈ ਬਿਬਦ ਕਰੈ ਬਿਰਖਾ ਵਿਸਥਾਰ ਜੀ। ਕਹਿੰਦੇ ਬੋੜ ਦਾ ਜਿਹੜਾ ਬੀਜ ਹੁੰਦਾ ਨਾ, ਬਹੁਤ ਛੋਟਾ ਜਿਹਾ ਹੁੰਦਾ, ਬੜਾ ਮਾਮੂਲੀ ਜਿਹਾ। ਪਰ ਕੌਣ ਜਾਣਦਾ ਹੈ ਉਸ ਛੋਟੇ ਜਿਹੇ ਬੀਜ ਦੇ ਵਿੱਚ ਇੰਨਾ ਵੱਡਾ ਬੋੜ ਦਾ ਰੁੱਖ ਲੁਕ ਸਕਦਾ ਹੈ। ਆਪਾਂ ਵੀ ਕਈ ਵਾਰੀ ਮਹਾਨ ਚੀਜ਼ਾਂ ਨੂੰ ਬੜੀਆਂ ਛੋਟੀਆਂ ਸਮਝਦੇ ਹਾਂ। ਕਹਿੰਦੇ 4 ਅੱਖਰਾਂ ਜਾਪ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਹਿਣ ਨਾਲ ਕੀ ਹੁੰਦਾ ਹੈ? ਕਹਿਣ ਨਾਲ ਵੀ ਬਹੁਤ ਕੁਝ ਹੁੰਦਾ, ਪਰ ਗੁਰਮੁਖੋ ਜੇ ਨਾਮ ਦੇ ਉਸ ਬੀਜ ਨੂੰ ਹਿਰਦੇ ਦੀ ਖੇਤੀ ਵਿੱਚ ਕਦੇ ਬੀਜ ਲਈਏ ਤੇ ਬ੍ਰਹਮ ਗਿਆਨ ਦਾ ਬ੍ਰਿਸ਼ ਫਿਰ ਪੈਦਾ ਹੋ ਜਾਂਦਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬੀਜ ਬੜਾ ਛੋਟਾ ਜਿਹਾ, ਦੇਖਣ ਨੂੰ ਮਾਮੂਲੀ ਹੈ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੈ ਬਿਬਦ ਕਰੈ ਬਿਰਖਾ ਵਿਸਥਾਰ ਜੀ। ਸਿੱਟਾ ਕੀ ਕੱਢਿਆ? ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ, ਜਾਨੀਐ ਮਹਾਤਮ ਗਏ ਹੀ ਹਰ ਦੁਆਰ ਜੀ। ਇਹ ਦੁਨੀਆ ਦੇ ਲੋਕੋ, ਇਹ ਨਾ ਸੋਚਿਓ ਕਿ ਗੁਰੂ ਦੇ ਬਚਨ ਬੜੇ ਸਾਨੂੰ ਸੌਖੇ ਹੀ ਮਿਲ ਗਏ, ਸੌਖੇ ਹੀ। ਸਾਧ ਸੰਗਤ ਵਿੱਚ ਬੈਠ ਕੇ ਗੁਰੂ ਦੇ ਬਚਨਾਂ ਨੂੰ ਸੁਣਨਾ, ਗਾਉਣਾ, ਵਿਚਾਰਨਾ, ਮੰਨਣਾ, ਜਾਣਨਾ। ਕਹਿਣ ਲੱਗੇ ਅੱਜ ਇਹਨਾਂ ਦੀ ਸਾਨੂੰ ਕਦਰ ਨਹੀਂ ਹੈ, ਪਰ ਜਦੋਂ ਅਸੀਂ ਅੰਤਰ ਆਤਮੇ ਆਪਣੇ ਆਪ ਵਿੱਚ ਟਿਕ ਜਾਵਾਂਗੇ, ਆਪਣੇ ਘਰ ਵਿੱਚ ਬੈਠ ਜਾਵਾਂਗੇ, ਘਰ ਵਿੱਚ ਵਸਦੇ ਪ੍ਰਭੂ ਦੇ ਦਰਵਾਜ਼ੇ ਤੇ ਜਾ ਕੇ ਦਸਤਕ ਦੇਾਂਗੇ, ਫਿਰ ਸਾਨੂੰ ਪਤਾ ਲੱਗੇਗਾ ਗੁਰੂ ਦੇ ਬਚਨਾਂ ਵਿੱਚ, ਗੁਰੂ ਦੀ ਸਿੱਖਿਆ ਵਿੱਚ, ਇਹ ਸਾਧ ਸੰਗਤ ਦੀਆਂ ਘੜੀਆਂ ਦੇ ਵਿੱਚ ਕਿੰਨੀ ਕੁ ਤਾਕਤ ਵਸਦੀ ਸੀ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਲੰਘ ਗਏ ਦਿਨ ਗੁਰਮੁਖੋ, ਰਹਿੰਦੇ ਵੀ ਲੰਘ ਜਾਣਗੇ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਬਾਲ ਜਵਾਨੀ ਅਰ ਬਿਰਧ ਪੁਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਇਆ ਕੀਤੀ ਹੈ, ਮਹਾਨ ਬਖਸ਼ਿਸ਼ ਦੇ ਘਰ ਵਿੱਚ ਆ ਕੇ ਪਿਆਰੇ ਪ੍ਰੀਤਮ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਅਗੰਮੀ ਬਚਨਾਂ ਦਾ ਕੀਰਤਨ ਸਾਨੂੰ ਸਾਰਿਆਂ ਨੂੰ ਬਖਸ਼ਿਆ। ਆਓ ਜੁੜੀਏ, ਅਰਦਾਸ ਕਰੀਏ। ਸੱਚੇ ਪਾਤਸ਼ਾਹ ਆਪ ਸਾਡੇ ਹਿਰਦਿਆਂ 'ਚ ਵਸੋ, ਆਪ ਸਾਡੇ ਮਨਾਂ 'ਚ ਵਸੋ, ਆਪ ਸਾਡੀ ਸੁਰਤ ਵਿੱਚ ਵਸੋ, ਆਪ ਸਾਡੀ ਸੋਚ ਵਿੱਚ ਵਸੋ, ਆਪ ਸਾਡੀ ਲੋਚਾ ਵਿੱਚ ਵਸੋ। ਆਪਣੇ ਸ਼ਬਦ ਦੀ ਵਿਚਾਰ ਆਪ ਹੀ ਕਰਾਓ। ਆਪਾਂ ਇੱਕ ਪੰਕਤੀ ਦੀ ਟੇਕ ਲੈ ਕੇ ਤੁਰੇ ਹਾਂ। ਮੇਰੇ ਪਿਆਰੇ ਪ੍ਰੀਤਮ ਜੀ ਕੀ ਕਹਿ ਰਹੇ ਨੇ? ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ। ਕਈ ਵਾਰੀ ਸਤਿਗੁਰੂ ਜਿਹੜਾ ਨਾ, ਉਹ ਸਿੱਖ ਦੀ ਥਾਂ ਤੇ ਆਪ ਖਲੋ ਜਾਂਦਾ। ਧਿਆਨ ਦੇਣਾ ਗੁਰੂ ਕੀ ਸੰਗਤ। ਜਦੋਂ ਆਪਾਂ ਬਚਨ ਪੜ੍ਹਦੇ ਆ ਨਾ,
ਰੋਜ਼ ਨਿਤਨੇਮ ਦੀ ਬਾਣੀ ਦੇ ਵਿੱਚ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰੱਖੋ ਸਰਮਾ। ਹੁਣ ਆਪਾਂ ਮਹਾਰਾਜ ਜੀ ਨਾਲ ਜਪ ਤਪ ਤੇ ਕਰ ਨਹੀਂ ਸਕਦੇ, ਨਾ ਉਹਨਾਂ ਵਰਗਾ ਸੰਜਮੀ ਜੀਵਨ ਜੀ ਸਕਦੇ ਹਾਂ ਜਿਨ੍ਹਾਂ ਨੇ ਤਤੀਆਂ ਤਵੀਆਂ ਦੇ ਉੱਤੇ ਬੈਠ ਕੇ ਭਾਣਾ ਮੰਨਣ ਰੂਪੀ ਧਰਮ ਨੂੰ ਕਮਾ ਕੇ ਦਿਖਾ ਦਿੱਤਾ। ਉਹ ਕਹਿੰਦੇ ਨੇ ਮੈਨੂੰ ਧਰਮ ਨਹੀਂ ਕਮਾਉਣਾ ਆਇਆ। ਕਿਉਂ ਬੋਲ ਰਹੇ ਨੇ? ਮਹਾਰਾਜ ਜੀ ਸਿੱਖਾਂ ਦੇ ਵਿੱਚ ਖਲੋ ਕੇ ਸਿੱਖਾਂ ਨੂੰ ਅਰਦਾਸ ਕਰਨੀ ਦੱਸ ਰਹੇ ਨੇ। ਸਾਡੀ ਥਾਂ ਤੇ ਖਲੋਤਾ ਗੁਰੂ, ਗੁਰੂ ਦੀ ਇਹ ਅਵਸਥਾ ਨਹੀਂ ਹੈ। ਗੁਰੂ ਤੇ ਪਰਮੇਸ਼ਰ ਦਾ ਰੂਪ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਜਗ੍ਹਾ ਤੇ ਖਲੋ ਕੇ ਸਾਨੂੰ ਅਰਦਾਸ ਕਰਨ ਦੀ ਜੁਗਤ ਪ੍ਰਦਾਨ ਕਰ ਰਹੇ ਨੇ, ਢੰਗ ਦੱਸ ਰਹੇ ਨੇ। ਅੱਜ ਸਾਹਿਬ ਜੀ ਬਚਨ ਕਰਦੇ ਨੇ, ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਬੜੀ ਔਖੀ ਗੱਲ ਹੈ ਕਹਿਣਾ। ਜ਼ਬਾਨ ਕਹਿ ਦਿੰਦੀ ਹੈ ਕਿ ਅਸੀਂ ਬੜੇ ਗਰੀਬ ਹਾਂ, ਪਰ ਅੰਦਰੋਂ ਆਵਾਜ਼ ਆਉਂਦੀ ਹੈ ਵੀ ਗਰੀਬ ਕਾਤੋਂ ਹੈ, ਤੇਰੇ ਕੋਲ ਤੇ 100 ਏਕੜ ਜ਼ਮੀਨ ਹੈ। ਆਵਾਜ਼ ਆਉਂਦੀ ਨਾ ਅੰਦਰੋਂ। ਗਰੀਬ ਕਹਿਣਾ ਤੇ ਗਰੀਬ ਆਪਣੇ ਆਪ ਨੂੰ ਮੰਨਣਾ, ਦੋਨਾਂ ਅਵਸਥਾ 'ਚ ਬੜਾ ਫਰਕ ਹੈ। ਉੱਪਰੋਂ ਮਨ ਕਹਿ ਰਿਹਾ ਸੱਚੇ ਪਾਤਸ਼ਾਹ ਮੈਂ ਗਰੀਬ ਹਾਂ, ਪਰ ਹਿਰਦਾ ਕਹਿ ਰਿਹਾ ਨਹੀਂ, ਇੰਨਾ ਧਨ, ਇੰਨੀ ਦੌਲਤ, ਇੰਨੀ ਮਾਇਆ, ਇੰਨੀ ਜ਼ਮੀਨ, ਇੰਨਾ ਵਪਾਰ, ਇੰਨਾ ਬਿਜ਼ਨਸ, ਇਹ ਤੇਰਾ ਹੀ ਤੇ ਹੈ। ਇਹ ਗਰੀਬੀ ਸਾਡੇ ਅੰਦਰ ਆ ਜੇ, ਸਾਡੀ ਹਰ ਚੀਜ਼ ਦੇ ਉੱਤੇ ਇੱਕ ਪਹਿਰਾ ਲੱਗ ਜੇ। ਪਹਿਰਾ ਅਕਸਰ ਦਾਸ ਬੇਨਤੀ ਕਰਦਾ ਹੁੰਦਾ, ਗੁਰਮਖੋ ਜਿਹੜੀ ਚੀਜ਼ ਦੇ ਉੱਤੇ ਕੀੜਾ ਬੈਠ ਜਾਏ, ਮੱਖੀ ਬੈਠ ਜਾਏ, ਉਹਨੂੰ ਆਪਾਂ ਛਕਣਾ ਪਸੰਦ ਨਹੀਂ ਕਰਦੇ। ਜਿਹੜੀ ਚੀਜ਼ ਦੇ ਉੱਤੇ ਹਉਮੈ ਦੀ ਮੱਖੀ ਬੈਠ ਜਾਏ, ਉਹ ਚੀਜ਼ ਗੁਰੂ ਦੇ ਘਰ 'ਚ ਪ੍ਰਵਾਨ ਨਹੀਂ ਹੁੰਦੀ। ਧਿਆਨ ਦੇਣਾ। ਹਉਮੈ ਦੀਆਂ ਮੱਖੀਆਂ ਬੈਠੀਆਂ ਸਾਡੀ ਹਰ ਚੀਜ਼ ਦੇ ਉੱਤੇ, ਤੇ ਜਦੋਂ ਮੱਖੀਆਂ ਜ਼ਿਆਦਾ ਹੋ ਜਾਣ ਫਿਰ ਆਪਾਂ ਕੋਈ ਸਪਰੇਅ ਕਰਦੇ ਆ, ਕੋਈ ਪਰਫਿਊਮ ਛਿੜਕਦੇ ਆ, ਕੋਈ ਸੁਗੰਧੀ ਛਿੜਕਦੇ ਆ ਤਾਂ ਕਿ ਮੱਖੀਆਂ ਦੌੜ ਜਾਣ, ਦੂਰ ਹੋ ਜਾਣ। ਸਤਿਗੁਰਾਂ ਦੀ ਬਾਣੀ ਨੇ ਸਾਨੂੰ ਇੱਕ ਸੁਗੰਧੀ ਫੜਾਈ, ਇੱਕ ਜੁਗਤ ਦੱਸੀ ਹੈ ਭਾਈ, ਜਦੋਂ ਜਦੋਂ ਵੀ ਤੇਰੇ ਮਨ ਵਿੱਚ ਹਉਮੈ ਦੀ ਮੱਖੀ ਬੈਠ ਜਾਏ, ਮੈਂ ਨਹੀਂ ਸੇਵਾ ਕਰਦਾ, ਮੈਂ ਝਾੜੂ ਲਾਉਂਦਾ ਹਾਂ, ਮੈਂ ਲੰਗਰ ਬਣਾਉਂਦਾ ਹਾਂ, ਮੈਂ ਨਿਤਨੇਮ ਕਰਦਾ ਹਾਂ, ਇੱਕ ਕੰਮ ਕਰੀ, ਇੱਕ ਸ਼ੀਸ਼ੀ ਲਈ ਆਪਣੇ ਹੱਥ ਵਿੱਚ, ਉਹਦਾ ਛਿੜਕਾਅ ਕਰਦੀ ਆਪਣੇ ਜੀਵਨ ਦੇ ਉੱਤੇ, ਦੂਜਿਆਂ ਤੇ ਨਹੀਂ, ਆਪਣੇ ਜੀਵਨ ਤੇ, ਆਪਣੇ ਮਨ ਤੇ ਕਰੀ। ਉਹ ਛਿੜਕਾਅ ਕਿਹੜਾ ਹੈ? ਆਪ ਸਾਰੇ ਮਿਲ ਕੇ ਜਪੀਏ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਪਿਆਰ ਨਾਲ ਬੋਲੋ ਜੀ। ਜੋ ਕਿਛ ਹੈ ਸੋ ਤੇਰਾ, 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 ਜੋ ਕਿਛ ਹੈ ਸੋ ਤੇਰਾ। ਬੋਲੋ ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਛ ਨਹੀਂ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ ਕਬੀਰ, ਮੇਰਾ
मुझ में है किछ नहीं। तेरा मुझ में कबीर मेरा मुझ में है किछ नहीं। जो किछ है सो तेरा, जो किछ है सो तेरा, जो कुछ 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 है सो तेरा। जो किछ है सो जो किछ है सो तेरा। कबीर मेरा मुझ में किस नहीं, जो किछ है सो तेरा। तेरा तुझको सौंपते क्या लागे मेरा, तेरा ਸੀ ਤੈਨੂੰ ਦੇਤਾ। ਇਸ ਕਰਕੇ ਗੁਰੂ ਘਰ ਦੇ ਵਿੱਚ ਦਾਨ ਸ਼ਬਦ ਨਹੀਂ ਹੈ। ਗੁਰਮੁਖੋ ਦਾਨ ਗੁਰੂ ਦਿੰਦਾ ਸਿੱਖ ਨੂੰ, ਸਿੱਖ ਦਾਨ ਨਹੀਂ ਦੇ ਸਕਦਾ। ਦਾਨ ਹਮੇਸ਼ਾ ਆਪਣੇ ਤੋਂ ਛੋਟੇ ਨੂੰ ਦਿੱਤਾ ਜਾਂਦਾ, ਵੱਡੇ ਨੂੰ ਦਾਨ ਨਹੀਂ ਦਿੱਤਾ ਜਾਂਦਾ। ਇਸ ਕਰਕੇ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਭਾਈ ਗੁਰੂ ਤੋਂ ਬਿਨਾ ਕੋਈ ਦੂਜਾ ਦਾਤਾ ਤੇਰੇ ਜੀਵਨ ਵਿੱਚ ਹੋਣਾ ਨਹੀਂ ਚਾਹੀਦਾ। ਸਭ ਤੋਂ ਵੱਡਾ ਦਾਤਾ ਕੌਣ ਹੈ? ਤੇਰਾ ਸਤਿਗੁਰੂ। ਸੰਤਨ ਬਿਨ ਅਵਰ ਨਾ ਦਾਤਾ ਬੀਆ, ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ। ਸਾਡੇ ਜੀਵਨ ਦੇ ਵਿੱਚ ਇਹ ਅਵਸਥਾ ਪ੍ਰਪੱਕ ਹੋ ਜੇ। ਗੁਰੂ ਪਾਤਸ਼ਾਹ ਜੀ ਸਾਡੀ ਥਾਂ ਤੇ ਖਲੋ ਕੇ ਬੋਲਦੇ, ਜਿਸ ਤਰ੍ਹਾਂ ਕੋਈ ਵਕੀਲ ਸਾਡੀ ਗੱਲ ਅੱਗੇ ਪਹੁੰਚਾਉਂਦਾ ਹੈ ਸਾਡੀ ਥਾਂ ਤੇ ਖਲੋ ਕੇ। ਗੁਰੂ ਵਿਚੋਲਾ ਹੈ ਗੁਰਮੁਖੋ। ਗੁਰੂ ਸਾਡੀ ਆਵਾਜ਼ ਪ੍ਰਮਾਤਮਾ ਤੱਕ ਪਹੁੰਚਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ, ਨਾ ਚੀਜ਼ ਹਾਂ ਗਰੀਬ ਹਾਂ। ਇੱਥੇ ਧਨ ਦੀ ਗਰੀਬੀ ਦੀ ਗੱਲ ਨਹੀਂ ਹੋ ਰਹੀ ਗੁਰਮੁਖੋ, ਇੱਥੇ ਮਨ ਦੀ ਗਰੀਬੀ ਦੀ ਗੱਲ ਹੋ ਰਹੀ ਹੈ, ਜਿਹੜੀ ਗਰੀਬੀ ਦਾ ਅੱਜ ਕਾਲ ਪੈ ਗਿਆ ਸਾਡੇ ਸਿੱਖ ਜਗਤ ਵਿੱਚ, ਦਿਸਦੀ ਨਹੀਂ ਕਿਤੇ ਵੀ। ਸਾਡੀ ਅਵਸਥਾ ਕੀ ਬਣੀ ਹੈ? ਸਭ ਕੋ ਪੂਰਾ ਆਪੇ ਹੋਵੇ, ਘਟ ਨਾ ਕੋਈ ਆਖੇ। ਪਤ ਪਰਵਾਣਾ ਪਿੱਛੇ ਪਾਈਏ, ਤਾਂ ਨਾਨਕ ਤੋਲਿਆ ਜਾਪੇ। ਆਪਾਂ ਸੰਗਤ ਵਿੱਚ ਆਏ ਆ ਨਾ ਗੁਰਮੁਖੋ, ਥੋੜੀ ਸਿਧਾਂਤ ਦੀ ਵਿਚਾਰ ਆਪਾਂ ਨਾਲ ਲੈ ਕੇ ਚੱਲਾਂਗੇ। ਅੱਜ ਸੰਗਤ ਚ ਆਏ ਆ, ਬੜਿਆਂ ਨੂੰ ਆਉਂਦਿਆਂ ਸਾਰ ਹੀ ਰਸ ਮਿਲਣਾ ਸ਼ੁਰੂ ਹੋ ਜਾਂਦਾ, ਮਨ ਜੁੜ ਜਾਂਦਾ ਆਉਂਦਿਆਂ ਸਾਰ ਹੀ। ਕਈ ਉਦਾਸ ਹੋ ਜਾਂਦੇ ਨੇ, ਇੱਕ ਦਿਨ 2 ਦਿਨ 3 ਦਿਨ ਆਉਂਦੇ ਫਿਰ ਹਟ ਜਾਂਦੇ ਆ, ਕਹਿੰਦੇ ਮਨ ਨਹੀਂ ਜੁੜਦਾ, ਰਸ ਨਹੀਂ ਆਉਂਦਾ। ਕਾਰਨ ਕੀ ਹੈ? ਕਮਾਈ ਵਾਲੇ ਸਤਿਪੁਰਸ਼ ਇਹ ਬਚਨ ਕਰਦੇ ਹੁੰਦੇ ਸੀ ਕਿ ਸਤ ਸੰਗੀ ਇਨਸਾਨ ਦੇ ਹਿਰਦੇ ਵਿੱਚ 3 ਗੁਣ ਹੋਣੇ ਚਾਹੀਦੇ ਨੇ। ਧਿਆਨ ਦੇਣਾ ਗੁਰੂ ਕੀ ਸੰਗਤ। ਪਹਿਲਾ ਗੁਣ, ਸਤ ਸੰਗੀ ਦੇ ਹਿਰਦੇ ਵਿੱਚ ਸ਼ਰਧਾ ਹੋਣੀ ਚਾਹੀਦੀ। ਸ਼ਰਧਾ, ਸ਼ਰਧਾ ਦਾ ਮਤਲਬ ਕੀ ਹੈ? ਸ਼ਰਧਾ ਦਾ ਅਰਥ ਹੈ ਕਿ ਮੈਂ ਜਿਸ ਗੁਰੂ ਨੂੰ ਮੱਥਾ ਟੇਕਣ ਜਾ ਰਿਹਾ ਉਹ ਗੁਰੂ ਪੂਰਾ ਹੈ, ਉਹਦੇ 'ਚ ਕੋਈ ਕਮੀ ਨਹੀਂ ਹੈ। ਇਹ ਸ਼ਰਧਾ ਹੈ।
ਮੇਰੇ ਸਤਿਗੁਰੂ ਵਿੱਚ ਕੋਈ ਕਮੀ ਨਹੀਂ ਹੈ, ਕੋਈ ਘਾਟ ਨਹੀਂ ਹੈ ਉਹਦੇ ਜੀਵਨ ਵਿੱਚ। ਇਹ ਸ਼ਰਧਾ ਹੋਣੀ ਚਾਹੀਦੀ ਮਨ 'ਚ, ਪਹਿਲਾ ਗੁਣ। ਦੂਜਾ ਗੁਣ ਕੀ ਹੈ? ਨਿਰਮਾਣਤਾ, ਨਿਮਰਤਾ, ਮਨ ਦੀ ਗਰੀਬੀ। ਜਿਹੜਾ ਇਹ ਸੋਚ ਕੇ ਆਇਆ ਕਿ ਜੋ ਕੁਝ ਇਹਨਾਂ ਨੇ ਸੁਣਾਉਣਾ ਮੈਨੂੰ ਤੇ ਪਹਿਲਾਂ ਹੀ ਪਤਾ ਹੈ, ਉਹ ਕੀ ਸਿੱਖੇਗਾ? ਨਹੀਂ ਰਸ ਆਏਗਾ। ਮੈਂ ਤੇ ਪਹਿਲਾਂ ਹੀ ਜਾਣ ਚੁੱਕਾ ਸਾਰਾ ਕੁਝ। ਇਹ ਅਵਸਥਾ ਅੰਦਰ ਬਣ ਗਈ, ਭਾਵੇਂ ਕਿੰਨਾ ਵੀ ਮਹਾਨ ਕੀਰਤਨੀਆ ਬੈਠ ਕੇ ਤੁਹਾਡੇ ਸਾਹਮਣੇ ਕੀਰਤਨ ਕਰੇ, ਤੁਹਾਨੂੰ ਸੁਰਾਂ ਦਾ ਆਨੰਦ ਤੇ ਆਏਗਾ, ਪਰ ਆਤਮਿਕ ਆਨੰਦ ਨਹੀਂ ਆਏਗਾ। ਇਹ ਆਨੰਦ ਵੱਖਰੇ ਵੱਖਰੇ ਨੇ। ਸੰਗੀਤ ਦਾ ਆਨੰਦ ਤੇ ਗੁਰੂ ਦੇ ਸ਼ਬਦ ਦਾ ਆਨੰਦ, ਫਰਕ ਹੈ ਦੋਨਾਂ 'ਚ। ਬਹੁਤੀ ਦੁਨੀਆ ਸੰਗੀਤ ਨਾਲ ਜੁੜੀ ਹੋਈ ਹੈ, ਸ਼ਬਦ ਦਾ ਸਰੋਤਾ ਦੇਖੋ ਵਿਰਲਾ ਹੈ ਗੁਰਮੁਖ। ਪਹਿਲਾ ਗੁਣ ਸਤ ਸੰਗੀ ਦੇ ਅੰਦਰ ਹੋਵੇ ਸ਼ਰਧਾ। ਦੂਜਾ ਗੁਣ ਹੋਵੇ ਮਨ ਦੀ ਨਿਰਮਾਣਤਾ। ਮੇਰੇ ਮਾਲਕਾ ਮੈਨੂੰ ਤੇ ਕੁਝ ਵੀ ਨਹੀਂ ਆਉਂਦਾ, ਮੈਂ ਬਿਲਕੁਲ ਨਿਆਣਾ ਬੱਚਾ ਹਾਂ, ਨਾ ਚੀਜ਼ ਹਾਂ। ਤੀਸਰਾ ਗੁਣ ਕੀ ਹੈ? ਤੀਸਰਾ ਗੁਣ ਹੈ ਮਨ ਦੀ ਇਕਾਗਰਤਾ। ਜੇ ਮਨ ਜੁੜ ਗਿਆ, ਮਨ ਲੀਨ ਹੋ ਗਿਆ, ਜਿੰਨੇ ਰਸ ਪੀਣਾ ਸੀ ਉਹ ਮਹਾਰਾਜ ਦੀ ਹਜ਼ੂਰੀ ਵਿੱਚ ਆ ਗਿਆ। ਜੇ ਤਿੰਨੇ ਗੁਣ ਸਾਡੇ ਵਿੱਚ ਆ ਗਏ ਨਾ ਗੁਰਮਖੋ, ਫਿਰ ਭਾਵੇਂ ਕੋਈ ਸਾਹਮਣੇ ਮੈਲੇ ਕੱਪੜਿਆਂ 'ਚ ਬੈਠ ਕੇ ਬਾਣੀ ਦਾ ਸ਼ਬਦ ਪੜ੍ਹਦਾ ਹੋਏਗਾ, ਜਿਸ ਤਰ੍ਹਾਂ ਦੀ ਮਰਜ਼ੀ ਆਵਾਜ਼ ਹੋਏਗੀ, ਤੁਸੀਂ ਤੇ ਸ਼ਬਦ ਤੱਕ ਪਹੁੰਚ ਗਏ, ਸੁਰਤ ਪਹੁੰਚ ਗਈ, ਮਨ ਟਿਕ ਗਿਆ, ਫਿਰ ਅੰਦਰੋਂ ਰਸ ਦੀ ਫੁਹਾਰ ਫੁੱਟਣੀ। ਰਸ ਕਿਉਂ ਨਹੀਂ ਆਉਂਦਾ? ਕਿਉਂਕਿ ਕਈਆਂ 'ਚ ਤਿੰਨੇ ਹੀ ਗੁਣ ਨਹੀਂ ਹੁੰਦੇ, ਕਈਆਂ 'ਚ ਦੋ ਹੁੰਦੇ ਆ, ਕਈਆਂ 'ਚ ਇੱਕ ਹੁੰਦਾ। ਤਿੰਨੇ ਇਕੱਠੇ ਹੋਣ ਫਿਰ ਨੋਟ ਕਰਿਓ। ਸਭ ਤੋਂ ਪਹਿਲਾਂ ਸ਼ਰਧਾ, ਗੁਰੂ ਪੂਰਾ ਹੈ। ਉਸ ਤੋਂ ਬਾਅਦ ਨਿਰਮਾਣਤਾ, ਮੈਨੂੰ ਕੁਝ ਵੀ ਆਉਂਦਾ ਨਹੀਂ। ਬੜੀ ਔਖੀ ਗੱਲ ਹੈ, ਕਹਿ ਦੇਣਾ ਬੜਾ ਸੌਖਾ ਹੈ, ਬੜੀ ਔਖੀ ਖੇਡ ਹੈ। ਤੀਸਰਾ ਗੁਣ ਮਨ ਦੀ ਇਕਾਗਰਤਾ, ਮਨ ਦਾ ਇਕੱਠੇ ਹੋਣਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਤਿੰਨੇ ਗੁਣ ਜਦੋਂ ਸਾਡੇ ਜੀਵਨ 'ਚ ਆ ਗਏ, ਫਿਰ ਗੁਰਮਖੋ ਕੀਰਤਨ ਦਾ ਜਿਹੜਾ ਸੰਪੂਰਨ ਰਸ ਹੈ, ਆਨੰਦ ਹੈ, ਮਸਤੀ ਹੈ। ਮਸਤੀ ਤੋਂ ਅੱਗੇ ਵੀ ਲਫ਼ਜ਼ ਹੈ ਬਿਸਮਾਦ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਫਿਰ ਤੁਸੀਂ ਸਾਰੀ ਜ਼ਿੰਦਗੀ ਦੱਸਦੇ ਰਹੋਗੇ ਕਿ ਮੈਂ ਫਲਾਣੀ ਤਰੀਕ ਨੂੰ ਕੀਰਤਨ ਸੁਣਿਆ ਸੀ, ਜਿਹੜਾ ਸਵਾਦ ਮੈਨੂੰ ਆਇਆ ਉਹ ਜ਼ਿੰਦਗੀ 'ਚ ਪਹਿਲਾਂ ਕਦੇ ਨਹੀਂ ਸੀ ਆਇਆ। ਸਵਾਦ ਆ ਗਿਆ ਗੁਰੂ ਦਾ ਸ਼ਬਦ ਸੁਣ ਕੇ, ਆਨੰਦ ਆ ਗਿਆ ਸੰਗਤ ਵਿੱਚ ਜਾ ਕੇ, ਰਸ ਆ ਗਿਆ। ਇੰਨਾ ਸਵਾਦਿਸ਼ਟ, ਇੰਨਾ ਮਿੱਠਤ ਨਾਲ ਭਰਿਆ ਹੋਇਆ ਗੁਰੂ ਦਾ ਪੈਗਾਮ, ਗੁਰੂ ਦਾ ਹੁਕਮ, ਗੁਰੂ ਦਾ ਸੰਦੇਸ਼। ਅੱਜ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਆ? ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ। ਦੇਖੋ ਨਿਮਰਤਾ ਵੀ ਆ ਗਈ। ਇੱਕ ਪੰਕਤੀ ਦੇ ਵਿੱਚ ਤਿੰਨੇ ਚੀਜ਼ਾਂ ਆ ਗਈਆਂ। ਨਿਮਰਤਾ ਆ ਗਈ, ਟੇਕ ਭਰੋਸਾ ਵਿਸ਼ਵਾਸ ਸ਼ਰਧਾ ਆ ਗਈ, ਮੇਰਾ ਸਤਿਗੁਰੂ ਪੂਰਾ ਹੈ। ਇਹ ਗੱਲ ਬੜੀ ਇਕਾਗਰਤਾ ਵਿੱਚ ਕਹੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ। ਤੇਰਾ ਦਰਸ਼ਨ ਕਰਕੇ, ਤੈਨੂੰ ਦੇਖ ਕੇ ਮੇਰੇ ਮਨ ਨੂੰ ਧੀਰਜ ਮਿਲ ਗਿਆ, ਮੇਰੇ ਮਨ ਨੂੰ ਠਰਮਾ ਮਿਲ ਗਿਆ, ਮੇਰੇ ਮਨ ਨੂੰ ਅੱਜ ਰਸ ਮਿਲ ਗਿਆ। ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਕੋਏ ਨਾ ਕਿਸ ਹੀ ਸੰਗ ਕਾਹੇ ਗਰਬੀ ਹੈ। ਧਿਆਨ ਦੇਣਾ, ਰੁਕਾਵਟ ਕੀ ਹੈ, ਅੜਿੱਕਾ ਕੀ ਹੈ, ਰੋੜਾ ਕਿਹੜਾ ਸਾਡੇ ਜੀਵਨ ਵਿੱਚ? ਕਿਉਂ ਨਹੀਂ ਮਿਲਾਪ ਹੁੰਦਾ? ਕਿਉਂ ਸਾਗਰ ਦੇ ਕੰਢੇ ਜਾ ਕੇ ਵੀ ਮਨ ਪਿਆਸਾ ਮੁੜ ਜਾਂਦਾ? ਕਾਰਨ ਕੀ ਹੈ?
ਸਾਡੇ ਅਤੇ ਵਾਹਿਗੁਰੂ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਕੀ ਹੈ? ਉਹ ਹੈ ਗਰਭ। ਗਰਭ ਦਾ ਅਰਥ ਹੈ ਹੰਕਾਰ। ਸਾਡੀ ਆਪਣੀ ਬਣਾਈ ਹੋਈ ਝੂਠੀ ਹੋਂਦ, ਸਾਡੀ ਆਪਣੀ ਬਣਾਈ ਹੋਈ ਝੂਠੀ ਜਿਹੜੀ ਹਸਤੀ ਹੈ ਨਾ, ਜਿਹੜਾ ਹੰਕਾਰ ਹੈ, ਜਿਹੜਾ ਗਰਭ ਹੈ, ਉਹ ਸਾਨੂੰ ਭਿੱਜਣ ਨਹੀਂ ਦਿੰਦਾ। ਜਿਸ ਤਰ੍ਹਾਂ ਬੱਚੀ ਸ਼ਬਦ ਪੜ੍ਹ ਰਹੀ ਸੀ, ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ। ਮਨ ਨੂੰ ਨੰਗਾ ਕੀਤਾ ਨਾ ਗੁਰੂ ਮਹਾਰਾਜ ਦੇ ਸਾਹਮਣੇ, ਮਨ ਭਿੱਜ ਗਿਆ। ਆਪਾਂ ਮਨ ਦੇ ਉੱਤੇ ਹੰਕਾਰ ਦਾ ਚੋਲਾ ਪਹਿਨ ਕੇ ਆਏ ਆ, ਮਨ ਨਹੀਂ ਭਿੱਜਿਆ। ਬਾਬਾ ਫਰੀਦ ਜੀ ਦੇ ਪਾਵਨ ਬਚਨ ਨੇ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮਿਹਾ। ਕਹਿੰਦੇ ਮੀਂਹ ਪਿਆ, ਸਾਰੀ ਧਰਤੀ ਇੱਕੋ ਜਿਹਾ ਪਿਆ, ਟੋਏ ਵੀ ਭਰ ਗਏ, ਖੂਹੀਆਂ ਵੀ ਭਰ ਗਈਆਂ, ਤਲਾਬ ਵੀ ਭਰ ਗਏ। ਉਹ ਮੀਂਹ ਟਿੱਬਿਆਂ ਦੇ ਉੱਤੇ ਵੀ ਡਿੱਗਿਆ, ਥੋੜੀ ਦੇਰ ਤੇ ਗਿੱਲੇ ਹੋਏ, ਪਰ ਨਾਲ ਦੀ ਨਾਲ ਸੁੱਕ ਗਏ, ਖੁਸ਼ਕ ਹੋ ਗਏ। ਟਿੱਬਿਆਂ ਦੇ ਉੱਤੇ ਪਾਣੀ ਠਹਿਰਿਆ ਨਹੀਂ। ਬਾਬਾ ਜੀ ਕਹਿੰਦੇ ਇਸੇ ਤਰ੍ਹਾਂ ਪ੍ਰਮਾਤਮਾ ਦੀ ਮਿਹਰ ਦਾ ਮੀਂਹ ਤੇ ਸਾਰੀ ਦੁਨੀਆ ਤੇ ਪੈਂਦਾ ਹੈ, ਪਰ ਜਿਨ੍ਹਾਂ ਦੇ ਅੰਦਰ ਹੰਕਾਰ ਦੇ ਟਿੱਬੇ ਨੇ ਗੁਰਮੁਖੋ, ਉਹ ਭਿੱਜਦੇ ਨਹੀਂ, ਉਹ ਸੁੱਕੇ ਦੇ ਸੁੱਕੇ ਰਹਿ ਜਾਂਦੇ ਆ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੁੱਕੇ ਰਹਿ ਗਏ। ਬਾਬਾ ਬੁੱਧੂ ਸਾਹਿਬ ਜੀ, ਜਿਨ੍ਹਾਂ ਦਾ ਜ਼ਿਕਰ ਸਿੱਖ ਤਵਾਰੀਖ ਦੇ ਪੰਨਿਆਂ ਦੇ ਉੱਤੇ ਬੜੇ ਪਿਆਰ ਨਾਲ ਲਿਖਿਆ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਪੂਰਨ ਰੂਪ ਦੇ ਵਿੱਚ ਸਮਰਪਿਤ ਹੋ ਕੇ ਜੀਵਨ ਜੀਣ ਵਾਲੇ ਉਹ ਸਤਿਪੁਰਖ ਸਨ। ਰੱਬ ਦੇ ਪਿਆਰਿਆਂ ਦੇ ਅੰਦਰ ਇੱਕ ਖਿੱਚ ਪੈਦਾ ਹੋ ਜਾਂਦੀ, ਗੁਰਮੁਖੋ ਇੱਕ ਕਸ਼ਿਸ਼ ਪੈਦਾ ਹੋ ਜਾਂਦੀ ਹੈ। ਜ਼ਰੂਰੀ ਨਹੀਂ ਕਿ ਉਹ ਬੋਲ ਕੇ ਜਾਂ ਲੈਕਚਰ ਦੇ ਕੇ ਜਾਂ ਕਿਸੇ ਨੂੰ ਸੰਗੀਤ ਸੁਣਾ ਕੇ ਕੁਝ ਵੰਡਣਾ। ਰੱਬ ਦੇ ਪਿਆਰਿਆਂ ਦੀ ਚੁੱਪ ਦੇ ਵਿੱਚੋਂ ਵੀ ਬੜੀਆਂ ਬਖਸ਼ਿਸ਼ਾਂ ਮਿਲਦੀਆਂ। ਦਾਸ ਕੋਈ ਵੀ ਬਚਨ ਆਪਣੇ ਕੋਲੋਂ ਨਹੀਂ ਆਖੇਗਾ, ਬਾਣੀ ਨੂੰ ਪੁੱਛ ਕੇ ਤੁਰਨਾ। ਆਪਾਂ ਬਚਨ ਪੜ੍ਹਦੇ ਹਾਂ ਗੁਰੂ ਮਹਾਰਾਜ ਜੀ ਦੇ। ਬੱਚੀ ਨੇ ਇੱਕ ਦਿਨ ਸ਼ਬਦ ਪੜ੍ਹਿਆ ਸੀ, ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ। ਇੱਥੇ ਕੋਈ ਜ਼ਿਕਰ ਨਹੀਂ ਆਇਆ ਕਿ ਭਗਤਾਂ ਦਾ ਕੀਰਤਨ ਸੁਣ ਕੇ, ਉਹਨਾਂ ਦੀ ਵਿਆਖਿਆ ਸੁਣ ਕੇ ਜਾਂ ਉਹਨਾਂ ਦਾ ਉਪਦੇਸ਼ ਸੁਣ ਕੇ ਮੈਨੂੰ ਨਾਮ ਚਿੱਤ ਆਇਆ, ਸਾਹਿਬ ਚਿੱਤ ਆਇਆ। ਇੱਕੋ ਹੀ ਬਚਨ ਆਖਿਆ ਮਹਾਰਾਜ ਜੀ ਨੇ, ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕਟੀਐ ਮੈਲ ਸਾਧ ਸੰਗ ਉਠਿਆ। ਜੀਵਨ ਪਵਿੱਤਰ ਹੋ ਗਿਆ, ਜੀਵਨ ਵਿੱਚ ਖਿੱਚ, ਜੀਵਨ ਵਿੱਚ ਕਸ਼ਿਸ਼ ਪਈ। ਇਹ ਖਿੱਚ ਪੈਦਾ ਹੁੰਦੀ ਆ ਗੁਰਮੁਖੋ। ਬਾਣੀ ਤੇ ਕਹਿੰਦੀ ਹੈ ਕਿ ਰੱਬ ਦੇ ਪਿਆਰਿਆਂ ਦੇ ਚਰਨਾਂ ਦੇ ਵਿੱਚ ਪ੍ਰਮਾਤਮਾ ਇੱਕ ਦਿਨ ਸਾਰੀ ਸ੍ਰਿਸ਼ਟੀ ਨੂੰ ਲਿਆ ਕੇ ਖੜਾ ਕਰ ਦਿੰਦਾ ਹੈ। ਜੇ ਬਾਣੀ ਨੂੰ ਪੁੱਛੋ, ਧਿਆਨ ਦੇਣਾ ਗੁਰਮੁਖੋ। ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ। ਸਤਿਗੁਰ ਚਰਨ ਸਰਣ ਚੱਲ ਜਾਏ ਸਿੱਖ, ਤਾਂ ਚਰਨ ਸਰਣ ਜਗਤ ਚੱਲ ਆਵਈ। ਧਿਆਨ ਦੇਣਾ ਇੱਕ ਇੱਕ ਅੱਖਰ ਵੱਲ। ਜਿਹੜਾ ਸਿੱਖ ਸਾਰੀ ਜ਼ਿੰਦਗੀ ਗੁਰੂ ਨੂੰ ਮਿਲਣ ਜਾਂਦਾ ਰਿਹਾ, ਗੁਰੂ ਨੂੰ ਮਿਲਣ ਜਾਂਦਾ ਰਿਹਾ, ਗੁਰੂ ਨੂੰ ਦੇਖਣ ਜਾਂਦਾ ਰਿਹਾ, ਇੱਕ ਦਿਨ ਉਹਦੀ ਇਹ ਅਵਸਥਾ ਬਣ ਗਈ ਕਿ ਦੁਨੀਆ ਹੁਣ ਉਹਨੂੰ ਦੇਖਣ ਆਉਣ ਲੱਗ ਪਈ, ਦੇਖਣ ਆਉਣ ਲੱਗ ਪਈ। ਜੇ ਸਾਡੀ ਇਹ ਅਵਸਥਾ ਹੀ ਨਹੀਂ ਬਣੀ ਗੁਰਮੁਖੋ, ਫਿਰ ਦੁਨੀਆ ਤੇ ਇਹੀ ਕਹੇਗੀ ਵੀ ਆਹ ਸਿੱਖ ਗੁਰਦੁਆਰੇ ਜਾਂਦਾ ਸੀ, ਇਹਦੇ ਚ ਉਹੀ ਸਾੜਾ, ਉਹੀ ਈਰਖਾ, ਉਹੀ ਨਿੰਦਿਆ। ਗੁਰੂ ਦਾ ਸਿੱਖ ਨਾ ਜਿਹੜਾ, ਉਹ ਚਿੱਠੀ ਹੈ ਗੁਰੂ ਦੀ, ਉਹ ਖਤ ਹੈ ਗੁਰੂ ਦਾ, ਜਿਹਨੂੰ ਪੜ੍ਹ ਕੇ ਦੁਨੀਆ ਦੇ ਲੋਕ ਐਡਰੈਸ ਤੇ, ਸਹੀ ਪਤੇ ਤੇ, ਸਹੀ ਟਿਕਾਣੇ ਤੇ ਆਉਂਦੇ ਨੇ ਕਿ ਉਸ ਸਤਿਗੁਰੂ ਨੂੰ ਜਾ ਕੇ ਮਿਲੀਏ, ਲੱਭੀਏ, ਜਿਹਦੇ ਸਿੱਖ ਦਾ ਜੀਵਨ ਇੰਨਾ ਮਹਾਨ ਹੈ, ਇੰਨਾ ਪਿਆਰ ਕਰਦਾ ਸਾਰਿਆਂ ਨੂੰ।
ਭਾਈ ਸਾਹਿਬ ਜੀ ਕਹਿਣ ਲੱਗੇ, ਸਤਿਗੁਰ ਚਰਨ ਸਰਨ ਚੱਲ ਜਾਏ ਸਿੱਖ, ਤਾਂ ਚਰਨ ਸਰਨ ਜਗਤ ਚੱਲ ਆਵਈ। ਜੇ ਆਪਾਂ ਕਹਿੰਦੇ ਆ ਨਾ ਕਿ ਸੰਗਤ ਸਾਡੀ ਗੱਲ ਮੰਨੇ, ਸਿੱਖਾ ਤੋਂ ਗੁਰੂ ਦੀ ਮੰਨ, ਦੁਨੀਆ ਤੇਰੀ ਮੰਨੇਗੀ। ਧਿਆਨ ਦੇਣਾ। ਭਾਈ ਸਾਹਿਬ ਜੀ ਨੇ ਅਗਲੀ ਪੰਕਤੀ ਵਿੱਚ ਬਚਨ ਕੀਤਾ, ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਹੇ ਸਗਲ ਸੰਸਾਰੈ ਹਿਤਾਵਈ। ਕਹਿੰਦੇ ਜਿਹੜੇ ਸਿੱਖ ਨੇ ਸਾਰੀ ਜ਼ਿੰਦਗੀ ਗੁਰੂ ਦਾ ਬਚਨ ਸਤ ਕਰਕੇ ਮੰਨਿਆ, ਇੱਕ ਦਿਨ ਉਹਦੇ ਵਿੱਚ ਇਹ ਸ਼ਕਤੀ ਆ ਗਈ, ਦੁਨੀਆ ਉਹਦੇ ਬੋਲ ਕਮਾਉਣ ਲੱਗ ਪਈ ਵੀ ਜੋ ਰੱਬ ਦਾ ਪਿਆਰਾ ਕਹਿੰਦਾ ਉਹ ਬਚਨ ਮੰਨਣਾ ਚਾਹੀਦਾ, ਮੰਨਣਾ ਚਾਹੀਦਾ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਹੇ ਸਗਲ ਸੰਸਾਰੈ ਹਿਤਾਵਈ। ਸਤਿਗੁਰ ਸੇਵਾ ਪ੍ਰਾਨ ਭਾਏ ਪੂਜਾ ਕਰੇ ਸਿੱਖ, ਸਰਬ ਨਿਧਾਨ ਅਗਰ ਭਾਗ ਲਿਵ ਲਾਵਈ। ਜਿਹੜੇ ਸਿੱਖ ਨੇ ਆਪਣੇ ਪ੍ਰਾਣ ਭੇਟਾ ਕਰ ਦਿੱਤੇ ਗੁਰੂ ਨੂੰ, ਗੁਰੂ ਦੀ ਸੇਵਾ ਵਿੱਚ। ਚਰਨ ਗਹੋਂ ਬਕੋਂ ਸੁਭ ਰਸਨਾ ਦੀਜਹਿ ਪ੍ਰਾਨ ਅਕੋਰ। ਅਕੋਰ ਕਹਿੰਦੇ ਭੇਟਾ ਨੂੰ। ਸਤਿਗੁਰੂ ਦੇ ਪਵਿੱਤਰ ਮੁਖੜੇ ਤੋਂ ਬਾਣੀ ਸੁਣ ਕੇ ਸਿੱਖ ਨੇ ਆਪਣੇ ਪ੍ਰਾਣ ਭੇਟਾ ਕਰਤੇ ਮਹਾਰਾਜ ਨੂੰ, ਤੇ ਪ੍ਰਾਣਾਂ ਦੀ ਭੇਟ ਚੜਾ ਕੇ ਜਿਹਨੇ ਸੇਵਾ ਕੀਤੀ, ਭਾਈ ਸਾਹਿਬ ਜੀ ਕਹਿੰਦੇ ਸਾਰੀ ਦੁਨੀਆ ਦੀਆਂ ਤਾਕਤਾਂ ਉਹਦੇ ਚਰਨ ਚੁੰਮਦੀਆਂ ਆ ਕੇ। ਅਖੀਰਲੀ ਪੰਕਤੀ ਧਿਆਨ ਮੰਗਦੀ ਆ ਜੀ, ਕਹਿੰਦੇ ਆ ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਏ। ਦੋ ਗੱਲਾਂ ਨੇ, ਧਿਆਨ ਦੇ ਲਿਓ ਗੁਰਮਖੋ। ਇੱਕ ਤੇ ਸਤਿਗੁਰੂ ਦੀ ਸਿੱਖਿਆ ਹੈ, ਇੱਕ ਹੈ ਸਤਿਗੁਰੂ ਦੀ ਦੀਖਿਆ। ਦੋ ਬਚਨ ਇਕੱਠੇ ਵਰਤੇ ਨੇ ਭਾਈ ਗੁਰਦਾਸ ਜੀ ਨੇ, ਬੜੀ ਬਰੀਕੀ ਹੈ ਇਹਨਾਂ ਵਿੱਚ। ਜਿਹੜੀ ਸਤਿਗੁਰੂ ਦੀ ਸਿੱਖਿਆ ਹੈ ਨਾ, ਉਹ ਤੇ ਸਾਰੀ ਦੁਨੀਆ ਵਾਸਤੇ ਸਾਂਝੀ ਹੈ। ਕੋਈ ਹਿੰਦੂ ਆ ਜੇ, ਕੋਈ ਮੁਸਲਮਾਨ ਆ ਜੇ, ਕੋਈ ਸਿੱਖ ਆ ਜੇ, ਕੋਈ ਜੈਨੀ ਆ ਜੇ, ਕੋਈ ਬੋਧੀ ਆ ਜੇ, ਕੋਈ ਈਸਾਈ ਆ ਜੇ, ਕੋਈ ਪਾਰਸੀ ਆ ਜੇ, ਕੋਈ ਯਹੂਦੀ ਆ ਜੇ। ਸਤਿਗੁਰੂ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ। ਸਿੱਖਿਆ ਸਾਰੀ ਦੁਨੀਆ ਵਾਸਤੇ ਹੈ। ਦੇਖਿਆ ਕੀ ਹੈ? ਦੇਖਿਆ ਜਿਹੜਾ ਸਤਿਗੁਰੂ ਦੀ ਸਿੱਖਿਆ ਨੂੰ ਸੁਣ ਕੇ ਝੋਲੀ ਫੜਾ ਕੇ ਆਖੇ ਸੱਚੇ ਪਾਤਸ਼ਾਹ ਮੈਂ ਸਿੱਖੀ ਨੂੰ ਧਾਰਨ ਕਰਨਾ ਹੈ, ਤੇ ਪੰਜਾਂ ਪਿਆਰਿਆਂ ਦੇ ਰਾਹੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਦਿਆਂ ਹੋਇਆਂ ਜਿਹੜਾ ਸਾਨੂੰ ਗੁਰ ਮੰਤਰ ਤੇ ਮੂਲ ਮੰਤਰ ਦਾ ਸਿਮਰਨ ਮਿਲਦਾ ਹੈ, ਗੁਰੂ ਦੀ ਦੀਖਿਆ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖਿਆ ਸਾਰਿਆਂ ਵਾਸਤੇ ਹੈ, ਪਰ ਦੀਖਿਆ ਲੈਣ ਵਾਸਤੇ ਮਰਿਆਦਾ ਨਿਭਾਣੀ ਪਏਗੀ। ਇਸ ਦਰਵਾਜ਼ੇ ਵਿੱਚੋਂ ਲੰਘਣਾ ਪਏਗਾ, ਫਿਰ ਦੀਖਿਆ ਮਿਲੇਗੀ ਜਿਹੜੀ ਮਰਿਆਦਾ ਮਹਾਰਾਜ ਨੇ ਕਾਇਮ ਕੀਤੀ ਹੈ। ਭਾਈ ਸਾਹਿਬ ਜੀ ਕਹਿੰਦੇ ਸਤਿਗੁਰ ਸਿੱਖਿਆ ਦੀਖਿਆ ਦੋਨੇ ਚੀਜ਼ਾਂ, ਕੱਲੀ ਸਿੱਖਿਆ ਨਹੀਂ। ਸਿੱਖਿਆ ਸੁਣਨ ਵਾਲੇ ਤੇ ਬੜੇ ਨੇ, ਮੰਨਦੇ ਹੀ ਕੋਈ ਨਹੀਂ। ਸਤਿਗੁਰ ਸਿੱਖਿਆ ਦੇਖਿਆ ਹਿਰਦੈ ਪ੍ਰਵੇਸ਼ ਜਾਹੇ। ਜਿਹਦੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਤੇ ਗੁਰੂ ਦੀ ਦੀਖਿਆ ਵਸ ਗਈ, ਤਾਂ ਕਿ ਸੀਖ ਸੁਣ ਪਰਮ ਪਦ ਪਾਵਈ। ਉਹਦੀ ਦਿੱਤੀ ਹੋਈ ਸਿੱਖਿਆ ਨੂੰ ਸੁਣ ਕੇ ਫਿਰ ਦੁਨੀਆ ਵੀ ਉੱਚੀ ਅਵਸਥਾ 'ਚ ਪਹੁੰਚ ਜਾਂਦੀ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬੋਲਦੇ ਅਸੀਂ ਵੀ ਆ, ਪਰ ਪ੍ਰਭਾਵ ਨਹੀਂ ਹੈ। ਪਰ ਜਦੋਂ ਬ੍ਰਹਮ ਗਿਆਨੀ ਬੋਲਦਾ ਹੈ, ਨਾਮ 'ਚ ਭਿੱਜਿਆ ਹੋਇਆ ਕੋਈ ਬੋਲਦਾ ਹੈ, ਕੋਈ ਜੁੜਿਆ ਹੋਇਆ ਬੋਲਦਾ ਹੈ, ਕੋਈ ਲੀਨ ਹੋਈ ਆਤਮਾ ਬੋਲਦੀ ਹੈ, ਫਿਰ ਉਹਦੇ ਇੱਕ ਬੋਲ ਨੂੰ ਸੁਣ ਕੇ ਗੁਰਮੁਖ ਪਿਆਰਿਓ ਗੁਰੂ ਤੇ ਮਨ ਮੰਨ ਜਾਂਦਾ। ਮਨ ਬੱਝਿਆ, ਮਨ ਟਿਕਿਆ, ਆਪਣੇ ਆਪ ਵਿੱਚ ਮਹਿਸੂਸ ਕਰਦਾ ਹੈ। ਬਾਬਾ ਬੁੱਧੂ ਸਾਹਿਬ ਜੀ ਨੇ ਸਿੱਖਿਆ ਤੇ ਦੇਖਿਆ ਹਿਰਦੇ ਵਿੱਚ ਵਸਾਈ। ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੀ ਫੌਜ ਲੈ ਕੇ ਲੰਘ ਰਿਹਾ ਹੈ, ਮੁਹਿੰਮ ਤੇ ਜਾ ਰਿਹਾ, ਜੰਗ ਵਾਸਤੇ ਜਾ ਰਿਹਾ। ਇਹਦੇ ਮਨ ਦੇ ਵਿੱਚ ਇਹ ਸ਼ੁਭ ਖਿਆਲ ਆਇਆ, ਬਾਬਾ ਬੁੱਧੂ ਸਾਹਿਬ ਜੀ ਰੰਗ ਰਤੜੇ ਹਨ, ਮੈਂ ਕਿਉਂ ਨਾ ਉਹਨਾਂ ਕੋਲ ਜਾ ਕੇ ਆਪਣੀ ਮੁਹਿੰਮ ਦੀ, ਜੰਗ ਦੀ ਸਫਲਤਾ ਵਾਸਤੇ ਅਰਦਾਸ ਕਰਾਵਾਂ।
ਉਹ ਅਰਦਾਸ ਕਰਨ, ਮੇਰੀ ਫਤਿਹ ਹੋ ਜੇ। ਮਹਾਰਾਜਾ ਰਣਜੀਤ ਸਿੰਘ ਜੀ ਘੋੜਾ ਉਧਰ ਨੂੰ ਮੋੜਿਆ। ਬਾਬਾ ਬੁੱਧੂ ਸਾਹਿਬ ਜੀ ਜਿਨ੍ਹਾਂ ਨੂੰ ਸੰਗਤਾਂ ਇਸ ਨਾਮ ਨਾਲ ਬੁਲਾਉਂਦੀਆਂ ਸੀ, ਇਸ ਨਾਮ ਨਾਲ। ਗੁਰਮੁਖ ਪਿਆਰਿਓ 550 ਸਾਲ ਦੇ ਕਰੀਬ, 550 ਸਾਲ ਦੇ ਕਰੀਬ ਸਮਾਂ ਹੋ ਚੱਲਿਆ। ਸਾਡੀਆਂ ਤੇ ਇਸੇ ਗੱਲ ਦੀਆਂ ਅਜੇ ਤੱਕ ਲੜਾਈਆਂ ਨਹੀਂ ਮੁੱਕੀਆਂ ਕਿ ਭਾਈ ਨੂੰ ਕੀ ਕਹਿਣਾ ਹੈ, ਕੀਰਤਨੀਏ ਨੂੰ ਕੀ ਕਹਿਣਾ ਹੈ। ਜੇ ਕਿਸੇ ਨੇ 2 ਅੱਖਰ ਘੱਟ ਲਾਤੇ ਤਾਂ ਲੜਾਈ, ਵੱਧ ਲਾਤੇ ਤਾਂ ਲੜਾਈ। ਭਾਈ ਸਾਹਿਬ ਦਾ ਅਰਥ ਕੀ ਹੈ? ਭਾਈ ਸਾਹਿਬ ਨਹੀਂ ਹੈ। ਭਾਈ ਸਾਹਿਬ ਦਾ ਅਰਥ ਇਹ ਹੈ ਕਿ ਜਿਹੜਾ ਸਾਹਿਬ ਦਾ ਭਾਈ ਹੈ, ਸਾਹਿਬ ਦਾ ਭਾਈ। ਅਰਥ ਜਦੋਂ ਆਪਾਂ ਕਰਾਂਗੇ ਨਾ, ਇਹ ਨਹੀਂ ਆਖਾਂਗੇ ਕਿ ਭਾਈ ਸਾਹਿਬ ਹੈ। ਜਦੋਂ ਅਰਥ ਕਰਾਂਗੇ, ਅਰਥ ਇਹ ਬਣਨਗੇ ਇਹ ਸਾਹਿਬ ਦਾ ਭਾਈ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਆਪਣੇ ਭਾਈ ਕਹਿ ਕੇ ਬੁਲਾਇਆ, ਆਪਣੇ ਵੀਰ ਕਹਿ ਕੇ ਬੁਲਾਇਆ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਮਹਾਰਾਜਾ ਰਣਜੀਤ ਸਿੰਘ ਜੀ ਗਏ। ਬਾਬਾ ਬੁੱਧੂ ਸਾਹਿਬ ਜੀ ਬਾਹਰ ਤੁਰੇ ਫਿਰਦੇ, ਬੜੇ ਸਾਦੇ ਜਿਹੇ ਬਸਤਰ, ਪਰ ਅੰਦਰ ਦੀ ਅਵਸਥਾ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਜਾ ਕੇ ਆਵਾਜ਼ ਦਿੱਤੀ, ਕਹਿੰਦਾ ਜੀ ਮੈਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ ਆ, ਧਿਆਨ ਦੇਣਾ। ਬਾਬਾ ਜੀ ਕਹਿੰਦੇ ਥੱਲੇ ਆ ਭਾਈ, ਥੱਲੇ ਉਤਰ ਘੋੜੇ ਤੋਂ। ਗੁਰੂ ਵੀ ਸਾਨੂੰ ਇਹੀ ਕਹਿੰਦਾ, ਸਿੱਖਾ ਥੱਲੇ ਆ ਜਾ। ਆਪਾਂ ਵੀ ਚੜੇ ਹੋਏ ਆ ਨਾ ਹੰਕਾਰ ਦੇ ਘੋੜੇ। ਮਹਾਰਾਜ ਕਹਿੰਦੇ ਥੱਲੇ ਆ ਸਿੱਖਾ, ਫਿਰ ਗੱਲ ਕਰਦੇ ਆ ਆਪਾਂ। ਸਿੱਖ ਕਹਿੰਦਾ ਨਹੀਂ, ਹੰਕਾਰ ਦੇ ਘੋੜੇ ਤੇ ਚੜਿਆ ਚੜਾਇਆ ਗੁਰੂ ਨੂੰ ਪੁੱਛ ਰਿਹਾ ਹੈ, ਸੱਚੇ ਪਾਤਸ਼ਾਹ ਦੱਸੋ ਸਿੱਖੀ ਕਿਵੇਂ ਕਮਾਵਾਂ। ਤੇ ਪੂਰਾ ਸਤਿਗੁਰੂ ਪਹਿਲਾਂ ਥੱਲੇ ਲਾਉਂਦਾ, ਗੁਰਮੁਖੋ ਥੱਲੇ ਬੈਲੈਂਸ ਕਰਦਾ ਸਾਡੇ ਜੀਵਨ ਨੂੰ, ਨਿਮਰਤਾ ਦੀ ਦਹਲੀਜ਼ ਤੇ ਲਿਆ ਕੇ ਟਿਕਾਉਂਦਾ ਹੈ। ਬਾਬਾ ਜੀ ਕਹਿੰਦੇ ਥੱਲੇ ਆ ਭਾਈ, ਆ ਗਏ। ਦੂਸਰੀ ਗੱਲ ਨਹੀਂ ਕੀਤੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀ ਮੈਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ ਹੈ। ਬਾਂਹ ਤੋਂ ਫੜਿਆ, ਕਹਿੰਦੇ ਜੋੜਾ ਲਾ, ਇੱਥੇ ਲਾ ਦੇ ਜੁੱਤੀ, ਪੈਰ ਧੋ, ਹੱਥ ਸੁੱਚੇ ਕਰ। ਉਹਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਗਏ। ਚਰਨਾਂ ਤੇ ਲਿਜਾ ਕੇ ਨਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜਾ ਕਰਤਾ। ਬਾਬਾ ਬੁੱਧੂ ਸਾਹਿਬ ਦਾ ਹਿਰਦਾ ਗਾ ਰਿਹਾ, ਉਹਨਾਂ ਦਾ ਦਿਲ ਗਾ ਰਿਹਾ। ਕੀ ਗਾ ਰਿਹਾ ਆਪਾਂ ਵੀ ਗਾਈਏ, ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਬੋਲੇ ਹੋ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਬੋਲੋ ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ,
ਸਾਹਿਬ ਮੇਰਾ ਏਕੋ ਹੈ। ਸਾਹਿਬ ਮੇਰਾ ਏਕੋ ਹੈ। ਸਾਹਿਬ ਮੇਰਾ ਏਕੋ ਹੈ। ਸਾਹਿਬ ਮੇਰਾ ਇੱਕੋ ਹੈ। ਸਾਰੇ ਬੋਲੋ ਥੋੜਾ। ਜੇ ਇੱਕ ਤੇ ਆਸ ਹੈ ਨਾ, ਇੱਕ ਤੇ ਭਰੋਸਾ, ਤੇ ਅੱਜ ਬੋਲਿਓ ਦਿਲ ਖੋਲ ਕੇ। ਪਿਆਰ ਸਤਿਕਾਰ ਸਾਰਿਆਂ ਦਾ ਕਰਦੇ ਹਾਂ, ਪਰ ਦਿਲ ਦੇ ਤਖਤੇ ਉੱਤੇ ਸਾਹਿਬੀ ਇੱਕੋ ਦੀ ਹੈ, ਆਸਣ ਇੱਕੋ ਦਾ। ਉਹ ਕੌਣ ਹੈ? ਸਾਹਿਬ ਮੇਰਾ ਇੱਕੋ ਹੈ। ਇੱਕੋ ਹੈ ਭਾਈ, ਇੱਕੋ ਹੈ। ਮਹਾਰਾਜ ਜੀ ਨੇ ਪੂਰੀ ਤਰ੍ਹਾਂ ਗੱਲ ਸਾਡੇ ਅੰਦਰ ਬਿਠਾਉਣ ਵਾਸਤੇ 2 ਵਾਰੀ ਆਖਿਆ, ਦੂਜਾ ਨਾ ਸਮਝਿਓ। ਇੱਕ ਹੀ ਹੈ ਤੁਹਾਡਾ ਸਾਹਿਬ, ਇੱਕ ਹੈ ਤੁਹਾਡਾ ਮਾਲਕ। ਬਾਬਾ ਬੁੱਧੂ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਜਾ ਕੇ ਕਹਿੰਦੇ, ਤੂੰ ਕਹਿੰਦਾ ਸੀ ਮੈਂ ਬੁੱਧੂ ਸਾਹਿਬ ਨੂੰ ਮਿਲਣਾ, ਹੁਣ ਦੱਸ ਕੀ ਚਾਹੁੰਦਾ? ਦੋਨੇ ਹੀ ਤੇਰੇ ਸਾਹਮਣੇ ਐ। ਸਾਹਿਬ ਬੈਠਾ ਤਖਤ ਦੇ ਉੱਤੇ ਤੇ ਬੁੱਧੂ ਤੇਰੇ ਕੋਲ ਹੀ ਖਲੋਤਾ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਤੇ ਸਾਹਮਣੇ ਹੈ, ਬੁੱਧੂ ਬਿਲਕੁਲ ਤੇਰੇ ਕੋਲ ਖਲੋਤਾ ਹੈ। ਹੁਣ ਦੱਸ ਤੂੰ ਕਿਹਦੇ ਨਾਲ ਗੱਲ ਕਰਨੀ ਹੈ? ਕੋਈ ਇਸ ਤਰ੍ਹਾਂ ਦੀ ਅਵਸਥਾ ਵਾਲਾ ਹੋਵੇ ਗੁਰਮੁਖੋ, ਸਾਡਾ ਜੀਵਨ ਘੜਿਆ ਜਾਏ, ਜੀਵਨ ਘੜਿਆ ਜਾਏ। ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਬਾਬਾ ਜੀ ਮੈਂ ਆਇਆ ਤੁਹਾਡੇ ਕੋਲ, ਤੁਸੀਂ ਨਾ ਅਰਦਾਸ ਕਰੋ, ਮਹਾਰਾਜ ਨੂੰ ਮੇਰੇ ਵਾਸਤੇ ਅਰਦਾਸ ਕਰੋ। ਸਾਡੇ ਮਨ ਦੇ ਵਿੱਚ ਵੀ ਭਰੋਸਾ ਹੈ, ਵਿਸ਼ਵਾਸ ਹੈ, ਪਿਆਰ ਹੈ, ਹੋਣਾ ਵੀ ਚਾਹੀਦਾ ਹੈ। ਰੱਬ ਦੇ ਪਿਆਰਿਆਂ ਤੋਂ ਅਰਦਾਸ ਕਰਾਉਣੀ ਬੜੀ ਚੰਗੀ ਗੱਲ ਹੈ। ਮੈਂ ਪ੍ਰਾਤਨ ਹਿੰਦੁਸਤਾਨ ਦੇ ਸੱਭਿਆਚਾਰ ਦੀਆਂ ਕੁਝ ਬੁੱਕਾਂ ਪੜ੍ਹੀਆਂ। ਅੱਜ ਤੋਂ 100-200 ਸਾਲ ਪਹਿਲਾਂ ਸਾਡੇ ਪੰਜਾਬ ਦੀ ਧਰਤੀ ਦੀ ਰੀਤ ਹੁੰਦੀ ਸੀ ਕਿ ਜਦੋਂ ਕਿਸਾਨ ਖੇਤੀ ਕਰਦੇ ਸੀ ਨਾ ਗੁਰਮੁਖੋ, ਫਸਲ ਬੀਜਦੇ ਸੀ, ਤੇ ਕਿਸੇ ਗੁਰਸਿੱਖ ਨੂੰ, ਕਿਸੇ ਸਾਧੂ ਨੂੰ, ਕਿਸੇ ਰੱਬ ਦੇ ਪਿਆਰੇ ਨੂੰ ਕਹਿੰਦੇ ਹੁੰਦੇ ਸੀ ਵੀ ਖੇਤੀ ਵਿੱਚ ਬੀਜ ਪਾਉਣ ਤੋਂ ਪਹਿਲਾਂ ਸਾਡੇ ਖੇਤਾਂ 'ਚ ਤੁਸੀਂ ਲੰਘੋ ਇੱਕ ਵਾਰੀ। ਕਿਸੇ ਰੱਬ ਦੇ ਪਿਆਰੇ ਨੂੰ ਕਹਿਣਾ ਵੀ ਸਾਡੇ ਖੇਤਾਂ ਦੇ ਵਿੱਚੋਂ ਦੀ ਤੁਸੀਂ ਇੱਕ ਵਾਰੀ ਲੰਘ ਜਾਓ। ਫਸਲ ਬੀਜਣ ਤੋਂ ਪਹਿਲਾਂ ਕਈ ਪਰਿਵਾਰ ਇਹ ਕੰਮ ਕਰਦੇ ਹੁੰਦੇ ਸੀ। ਹੁਣ ਤੇ ਗੁਰਮੁਖੋ ਸਭ ਕੁਝ ਖਤਮ ਹੁੰਦਾ ਜਾ ਰਿਹਾ, ਖਤਮ। ਤਾਂ ਹੀ ਆਪਾਂ ਇੱਥੇ ਪਹੁੰਚ ਗਏ। ਭਰੋਸਾ ਸੀ, ਵਿਸ਼ਵਾਸ ਸੀ। ਰੱਬ ਦੇ ਪਿਆਰਿਆਂ ਤੋਂ ਅਰਦਾਸ ਕਰਾਉਣੀ ਇਹ ਸਾਡੀ ਮਰਜ਼ਾਦਾ ਦਾ ਅੰਗ ਹੈ। ਪਰ ਗੁਰਮੁਖੋ ਆਪਾਂ ਇਹ ਪੰਕਤੀਆਂ ਤੇ ਬੜੀ ਚੰਗੀ ਤਰ੍ਹਾਂ ਯਾਦ ਕਰ ਲਈਆਂ। ਜਦੋਂ ਵੀ ਅਰਦਾਸ ਕਰਾਉਣੀ ਹੋਵੇ ਸਾਨੂੰ ਸਾਰਿਆਂ ਨੂੰ ਯਾਦ ਨੇ। ਕਿਹੜੀਆਂ? ਆਪਾਂ ਬੋਲਦੇ ਆ ਨਾ ਜੀ, ਤੁਸੀਂ ਅਰਦਾਸ ਕਰੋ, ਕਿਉਂਕਿ ਬਾਣੀ ਕਹਿੰਦੀ ਹੈ। ਜੋ ਕੁਝ ਸਾਡੇ ਮਤਲਬ ਦਾ ਸਾਨੂੰ ਸਾਰਾ ਕੁਝ ਹੀ ਪਤਾ ਵੀ ਬਾਣੀ ਨੇ ਆ ਆਖਿਆ। ਆਪਾਂ ਕਹਿੰਦੇ ਆ ਬਾਣੀ ਕਹਿ ਰਹੀ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਰੱਬ ਦੇ ਪਿਆਰਿਆਂ ਦੀ ਕੀਤੀ ਅਰਦਾਸ ਬਿਰਥੀ ਨਹੀਂ ਜਾਂਦੀ। ਤੁਸੀਂ ਅਰਦਾਸ ਕਰੋ ਸਾਡੇ ਲਈ। ਪਰ ਬਾਣੀ ਤੇ ਇਹ ਵੀ ਕਹਿੰਦੀ ਹੈ ਕਿ ਰੱਬ ਦੇ ਪਿਆਰਿਆਂ ਤੋਂ ਅਰਦਾਸ ਕਰਾਉਣੀ ਹੈ ਤੇ ਤੈਨੂੰ ਪਤਾ ਹੋਣਾ ਚਾਹੀਦਾ ਰੱਬ ਦੇ ਪਿਆਰੇ ਅਰਦਾਸ ਕਰਦੇ ਕਿਸ ਤਰ੍ਹਾਂ ਦੀ ਨੇ। ਉਹਨਾਂ ਦੀ ਅਰਦਾਸ ਵਿੱਚ ਬੜਾ ਫਰਕ ਹੈ, ਉਹਨਾਂ ਦੀ ਮੰਗ ਵਿੱਚ ਬੜਾ ਫਰਕ ਹੈ। ਉਹ ਅਰਦਾਸ ਕਰਦੇ ਜ਼ਰੂਰ ਨੇ ਪਰ ਦਾਵਾ ਨਹੀਂ ਕਰਦੇ, ਮੰਗਦੇ ਜ਼ਰੂਰ ਨੇ ਪਰ ਹਿਰਦੇ ਦੀ ਭਾਵਨਾ ਕੀ ਹੈ। ਸਾਰੇ ਬੋਲਿਓ ਜਰਾ, ਕੋਈ ਰਸਨਾ ਬਾਂਝੀ ਨਾ ਰਹੇ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਕੈਸੀ ਅਰਦਾਸ? ਇੱਕ ਨਾਨਕ ਕੀ ਅਰਦਾਸ, ਇੱਕ ਨਾਨਕ ਕੀ ਅਰਦਾਸ,
ਜੇ ਤੁਧ ਭਾਵਸੀ, ਜੇ ਤੁਧ ਭਾਵਸੀ। ਇਕ ਨਾਨਕ ਕੀ ਅਰਦਾਸ, ਇਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ, ਜੇ ਤੁਧ ਭਾਵਸੀ। ਬੋਲੋ ਨਾਨਕ ਕੀ ਅਰਦਾਸ, ਸਾਰੀ ਸੰਗਤ ਕੀ ਅਰਦਾਸ, ਇੱਕ ਨਾਨਕ ਕੀ ਅਰਦਾਸ, ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ, ਜੇ ਤੁਧ ਭਾਵਸੀ। ਇਕ ਨਾਨਕ ਕੀ ਅਰਦਾਸ, ਇਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ, ਜੇ ਤੁਧ ਭਾਵਸੀ। ਮੈਂ ਦੀਜੈ ਨਾਮ ਨਿਵਾਸ, ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ, ਹਰ ਗੁਣ ਗਾਵਸੀ। ਮੈਂ ਦੀਜੈ ਨਾਮ ਨਿਵਾਸ, ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ, ਹਰ ਗੁਣ ਗਾਵਸੀ। ਮੈਂ ਦੀਜੈ ਨਾਮ ਨਿਵਾਸ, ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ, ਹਰ ਗੁਣ ਗਾਵਸੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਇਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ, ਜੇ ਤੈਨੂੰ ਮੇਰੀ ਅਰਦਾਸ ਚੰਗੀ ਲੱਗੇ, ਮੇਰੇ ਮਾਲਕਾ ਮੇਰੀ ਅਰਦਾਸ ਤੇਰੇ ਦਰ ਤੇ ਪ੍ਰਵਾਨ ਹੋ ਜੇ। ਮੰਗ ਕੀ ਹੈ? ਮੈਂ ਦੀਜਾ ਨਾਮ ਨਿਵਾਸ, ਹਰ ਗੁਣ ਗਾਵਸੀ। ਇਹ ਅਰਦਾਸਾਂ ਸਾਨੂੰ ਕਿਉਂ ਭੁੱਲ ਗਈਆਂ? ਸਤਿਗੁਰ ਪਾਸ ਬੇਨੰਤੀਆ, ਮਿਲੈ ਨਾਮ ਆਧਾਰਾ। ਤੁਠਾ ਸੱਚਾ ਪਾਤਸ਼ਾਹੋ ਤਾਪ ਗਿਆ ਸੰਸਾਰਾ। ਇਹ ਅਰਦਾਸਾਂ ਕੌਣ ਕਰੂ? ਕੌਣ ਕਰਾਊਗਾ? ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਇਹ ਵੀ ਤੇ ਅਰਦਾਸ ਹੀ ਹੈ। ਕੌਣ ਕਰਾਉਂਦਾ ਹੈ? ਮੈਂ 1 ਮਿੰਟ ਵਾਸਤੇ ਵਿੱਚੋਂ ਨਿਕਲਣ ਲੱਗਿਆ। ਗੁਰਮੁਖੋ ਭਾਈ ਤਾਰੂ ਸਿੰਘ ਆਪਣੀ ਭੈਣ ਨੂੰ ਨਾਲ ਲੈ ਕੇ ਰਾਤ ਵੇਲੇ ਜੰਗਲ 'ਚ ਭੁੱਖੇ ਗੁਰਸਿੱਖਾਂ ਨੂੰ ਲੰਗਰ ਛਕਾਉਣ ਜਾਂਦੇ ਸੀ। ਪੜ੍ਹ ਲਿਓ ਇਤਿਹਾਸ। ਜਦੋਂ ਪ੍ਰਸ਼ਾਦਾ ਛਕਣਾ ਨਾ ਗੁਰੂ ਕੇ ਸਿੰਘਾਂ ਨੇ, ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਉਹਨਾਂ ਨੇ ਅਰਦਾਸ ਕਰਨੀ। ਦੇਖੋ ਅਰਦਾਸ ਦੇ ਬੋਲ ਕੀ ਸਨ। ਕੰਬ ਜਾਂਦਾ ਹਿਰਦਾ। ਅਰਦਾਸ ਦੇ ਬੋਲ ਸਨ, ਭਾਈ ਤਾਰੂ ਸਿੰਘਾ ਤੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਭਾਈ ਤਾਰੂ ਸਿੰਘਾ ਤੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇ। ਭਾਈ ਤਾਰੂ ਸਿੰਘਾ ਤੈਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪੁੱਤਰ ਹੋਣ ਦਾ ਦਰਜਾ ਮਿਲੇ। ਅੱਜ ਕੋਈ ਕਰਦਾ ਇਸ ਤਰ੍ਹਾਂ ਦੀ ਅਰਦਾਸ? ਨਹੀਂ ਕਰ ਸਕਦਾ, ਕਰਨ ਵਾਲਾ ਵੀ ਨਹੀਂ ਕਰਦਾ। ਕੋਈ ਘਰੋਂ ਪ੍ਰਸ਼ਾਦ ਬਣਾ ਕੇ ਕਦੇ ਲੈ ਕੇ ਗਿਆ ਹੀ ਨਹੀਂ ਕਿ ਮੇਰੇ ਵਾਸਤੇ ਮੰਗੋ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਕਿਉਂ? ਕਿਉਂਕਿ ਪਤਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣ ਵਾਲੀ ਜੇ ਅਵਸਥਾ ਮੰਗ ਲਈ, ਕਿਤੇ ਆਰਿਆਂ ਥੱਲੇ ਬਹਿਣਾ ਹੀ ਨਾ ਪੈ ਜੇ, ਕਿਤੇ ਗੋਲੀਆਂ ਦੇ ਸਾਹਮਣੇ ਛਾਤੀਆਂ ਡਾਹਣੀਆਂ ਨਾ ਪੈ ਜਾਣ। ਇਸ ਕਰਕੇ 3-4 ਚੀਜ਼ਾਂ ਮੰਗ ਲਓ ਬਸ, ਜਿਹੜੀਆਂ ਆਪਣੇ ਮਤਲਬ ਦੀਆਂ, ਬਾਕੀ ਮਹਾਰਾਜ ਤੇ ਛੱਡ ਦਿਓ, ਅਗਲੇ ਜਨਮ 'ਚ ਦੇਖਾਂਗੇ। ਬਾਬਾ ਬੁੱਧੂ ਸਾਹਿਬ ਕੋਲੋਂ ਅਰਦਾਸ ਕਰਾਉਣ ਗਏ ਮਹਾਰਾਜਾ ਰਣਜੀਤ ਸਿੰਘ। ਧਿਆਨ ਦੇਣਾ ਗੁਰੂ ਕੀ ਸੰਗਤ। ਕਹਿੰਦੇ ਮੇਰੀ ਅਰਦਾਸ ਕਰੋ, ਮੇਰੀ ਫਤਿਹ ਹੋ ਜੇ, ਮੈਨੂੰ ਜਿੱਤ ਮਿਲੇ। ਹੁਣ ਦੇਖੋ ਰੱਬ ਦੇ ਪਿਆਰੇ ਨੇ ਅਰਦਾਸ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੱਥ ਜੋੜੇ, ਗਲ 'ਚ ਪੱਲਾ ਪਾ ਕੇ ਬਾਬਾ ਬੁੱਧੂ ਸਾਹਿਬ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਤੇਰੇ ਦਰ ਤੇ ਮੰਗਤਾ ਆ ਗਿਆ ਹੈ, ਤੇਰੇ ਦਰ ਤੇ ਭਿਖਾਰੀ ਆ ਗਿਆ, ਇਹਦੀ ਝੋਲੀ 'ਚ ਖੈਰ ਪਾ ਦਿਓ।
ਸਾਡੀ ਝੋਲੀ 'ਚ ਖੈਰ ਕੀ ਪੈਣੀ ਹੈ। ਇੱਥੇ ਅਰਦਾਸ ਕਰਨ ਵਾਲਾ ਵੀ ਸਾਡੀਆਂ ਜਾਤਾਂ ਨਾਲ ਹੀ ਬੋਲੀ ਜਾਂਦਾ, ਨਾਲ ਹੀ। ਮੁਹਤਾਜੀ ਨਾ ਸਮਝਿਓ ਗੁਰਮੁਖੋ, ਇਹ ਗੱਲਾਂ ਦਾਸ ਖੁੱਲ ਕੇ ਇਸ ਸਥਾਨ ਤੇ ਤਾਂ ਕਰ ਰਿਹਾ ਕਿਉਂਕਿ ਇੱਥੇ ਬੜੀ ਕਿਰਪਾ ਵਰਤ ਰਹੀ ਮਹਾਰਾਜ ਦੀ, ਬੜੀ ਬਖਸ਼ਿਸ਼ ਹੈ। ਮੈਂ ਆਪਣੀ ਜ਼ਿੰਦਗੀ ਦੇ 25 ਸਾਲ ਸੰਗਤਾਂ ਦੀ ਸੇਵਾ ਵਿੱਚ ਲਾ ਚੁੱਕਿਆ ਪ੍ਰਚਾਰ ਵਾਸਤੇ। ਮੈਂ ਨਹੀਂ ਅੱਜ ਤੱਕ ਦੁਨੀਆ ਦੇ ਕਿਸੇ ਗੁਰਦੁਆਰੇ 'ਚ ਦੇਖਿਆ ਵੀ ਕਿਸੇ ਗੁਰਦੁਆਰੇ ਦੇ ਪ੍ਰਧਾਨ ਨੇ ਕੀਰਤਨ ਕਰਨ ਵਾਲੇ ਸਿੰਘਾਂ ਦੇ ਸਾਜ਼ ਖੋਲ ਕੇ ਸਟੇਜ ਤੇ ਰੱਖੇ ਹੋਣ। ਮੈਂ ਨਹੀਂ ਦੇਖਿਆ। ਇਹ ਸੱਚ ਹੈ, ਮਹਾਰਾਜ ਦੀ ਝੋਲੀ 'ਚ ਬੋਲਦਾ। ਮੈਂ ਨਹੀਂ ਦੇਖਿਆ ਆਪਣੇ ਜੀਵਨ ਵਿੱਚ ਕਿ ਕਿਸੇ ਗ੍ਰੰਥੀ ਸਿੰਘ ਦਾ ਪਰਿਵਾਰ ਬਾਹਰੋਂ ਆਏ ਕੀਰਤਨੀਆਂ ਦੇ ਹੱਥ ਧਵਾਉਂਦਾ ਫਿਰੇ। ਮੈਂ ਨਹੀਂ ਦੇਖਿਆ। ਇਸ ਸਥਾਨ ਦੀ ਬਖਸ਼ਿਸ਼ਾਂ ਵਰਤ ਰਹੀਆਂ। 15-15 ਸਾਲ ਜਿਹੜੇ ਗੁਰਦੁਆਰਿਆਂ 'ਚ ਪ੍ਰਚਾਰ ਕਰਨ ਜਾਂਦਿਆਂ ਨੂੰ ਹੋ ਗਏ, ਉੱਥੇ ਪਤਾ ਹੀ ਨਹੀਂ ਵੀ ਕਮੇਟੀ ਵਾਲੇ ਹੈ ਕੌਣ ਨੇ। ਉਹ ਕਮੇਟੀ ਬਣ ਜਾਂਦੀ, ਗੁਰਦੁਆਰੇ ਕੋਈ ਨਹੀਂ ਜਾਂਦਾ ਉਹਨਾਂ ਦੀ। ਸੰਗਤ ਨੂੰ ਕਹਿੰਦੇ ਤੁਸੀਂ ਜਾਇਆ ਕਰੋ, ਅਸੀਂ ਘਰ ਸ਼ਾਮ ਨੂੰ ਇਸ ਟਾਈਮ, ਫਿਰ ਉਹਨਾਂ ਦਾ ਦੂਜਾ ਸਮਾਂ ਹੁੰਦਾ। ਇੱਥੇ ਇਹ ਬਖਸ਼ਿਸ਼ ਵਰਤਦੀ ਹੈ ਕਿ ਕਮੇਟੀ ਵਾਲੇ ਸੇਵਾਦਾਰ ਹੱਥ ਧਵਾ ਰਹੇ ਨੇ, ਸੇਵਾ ਕਰ ਰਹੇ ਨੇ। ਇਹ ਗੁਰਮਤਿ ਹੈ, ਗੁਰਮੁਖੋ। ਭਾਈ ਗੁਰਦਾਸ ਜੀ ਦੀਆਂ ਉਦਾਹਰਨਾਂ ਦਾਸ ਦੇ ਸਾਹਮਣੇ ਵਾਰ-ਵਾਰ ਆ ਰਹੀਆਂ। ਉਹਨਾਂ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ, ਨਾਉ ਮੈਂ ਜੋ ਅਗਨ ਲੱਗਾ ਕੈਸੇ ਕੇ ਬੁਝਾਈਏ। ਕਹਿੰਦੇ ਬਾਹਰ ਕਿਤੇ ਅੱਗ ਲੱਗੀ ਹੋਏ, ਸਰਤਾ ਕਹਿੰਦੇ ਨਦੀ ਨੂੰ, ਕਹਿੰਦੇ ਨਦੀ ਦਾ ਪਾਣੀ ਪਾ ਕੇ ਬਾਹਰ ਲੱਗੀ ਅੱਗ ਨੂੰ ਬੁਝਾ ਦਈਦਾ ਹੈ, ਬੁਝਾ ਸਕੀਦਾ ਹੈ। ਪਰ ਜੇ ਅੱਗ ਉਸ ਬੇੜੀ ਵਿੱਚ ਲੱਗੀ ਹੋਵੇ ਜਿਹੜੀ ਬੇੜੀ ਤੇ ਲੋਕਾਂ ਨੇ ਚੜ੍ਹ ਕੇ ਪਾਰ ਹੋਣਾ ਸੀ, ਲੱਗ ਗਈ ਬੇੜੀ ਨੂੰ ਅੱਗ, ਪਾਣੀ ਪਾਵਾਂਗੇ ਅੱਗ ਤੇ ਬੁਝੇਗੀ, ਪਾਣੀ ਨਾਲ ਫਿਰ ਬੇੜੀ ਨੇ ਡੁੱਬ ਜਾਣਾ ਹੈ। ਅੱਜ ਗੁਰਮੁਖੋ ਹਉਮੈ ਦੀ ਅੱਗ ਆਮ ਬੰਦਿਆਂ ਨੂੰ ਲੱਗੀ ਹੁੰਦੀ ਤੇ ਹੋਰ ਗੱਲ ਸੀ। ਉਹ ਜਿਨ੍ਹਾਂ ਦੀ ਬੁਝਾਉਣ ਤੇ ਡਿਊਟੀ ਸੀ ਉਹਨਾਂ ਨੂੰ ਵੀ ਖਾ ਗਈ ਇਹ ਅੱਗ। ਜਿਨ੍ਹਾਂ ਨੇ ਬੁਝਾਉਣੀ ਸੀ ਉਹ ਵੀ ਲਾ ਹੀ ਰਹੇ ਨੇ, ਬੁਝਾ ਨਹੀਂ ਰਹੇ। ਇਸ ਕਰਕੇ ਸਾਡੀ ਕੌਮ ਦਾ ਇਹ ਹਾਲ ਬਣ ਗਿਆ। ਜਿਨ੍ਹਾਂ ਨੇ ਕਹਿਣਾ ਸੀ ਤੂੰ ਕੀ ਬਣਿਆ ਫਿਰਦਾ, ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਬਾਰ ਹੈ, ਇੱਥੇ ਚਰਨਾਂ ਦੀ ਧੂੜ ਬਣ ਕੇ ਆ। ਇੱਥੇ ਕੋਈ ਰਾਜਾ ਨਹੀਂ, ਕੋਈ ਮੰਤਰੀ ਨਹੀਂ, ਕੋਈ ਅਹਿਲਕਾਰ ਨਹੀਂ, ਕੋਈ ਪ੍ਰਧਾਨ ਨਹੀਂ, ਇੱਥੇ ਸਭ ਸੇਵਾਦਾਰ ਨੇ। ਚਰਨ ਧੂੜ ਬਣ ਜੋ ਸਾਰੇ, ਫਿਰ ਜੀਵਨ ਘੜਿਆ ਜਾਣਾ ਸੀ। ਤੇ ਗੁਰਮੁਖ ਹੋ ਗਿਆ ਕੰਮ ਉਲਟਾ। ਜਿੱਥੇ ਜਾ ਕੇ ਬੁਝਾਣੀ ਸੀ ਉੱਥੇ ਲਾ ਰਹੇ ਆਪਾਂ, ਲਾ ਰਹੇ। ਉੱਥੇ ਜਾਤਾਂ ਪਾਤਾਂ ਨੂੰ ਹੋਰ ਪੱਠੇ ਪਾਏ ਜਾ ਰਹੇ ਨੇ। ਆਓ ਇੱਥੇ ਤੇ ਬੁਝਾਣੀ ਆ ਹਉਮੈ ਦੀ ਅੱਗ, ਇਹਨੂੰ ਵਧਾਉਣਾ ਨਹੀਂ ਹੈ। ਗੁਰੂ ਕਿਰਪਾ ਕਰੇ ਕਿਤੇ ਸਾਨੂੰ ਅਰਦਾਸ ਕਰਨ ਦਾ ਬਲ ਆ ਜਾਏ। ਨਾਮ ਮੰਗਦੇ ਆਪਾਂ, ਨਾਮ ਸੱਚੇ ਪਾਤਸ਼ਾਹ ਨਾਮ ਦੇ ਦੇ ਸਾਨੂੰ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਸਭ ਤੋਂ ਵੱਡਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਮੰਗੋ, ਮੰਗਣਾ ਚਾਹੀਦਾ, ਪਰ ਇਸ ਦਰਵਾਜ਼ੇ ਤੇ ਖੜ ਕੇ ਮੰਗੋ। ਇਸ ਤਰ੍ਹਾਂ ਦੇ ਕੱਪੜੇ ਪਾ ਕੇ ਮੰਗੋ, ਇਸ ਤਰ੍ਹਾਂ ਦਾ ਮਨ ਬਣਾ ਕੇ ਮੰਗੋ, ਇਸ ਤਰ੍ਹਾਂ ਦਾ ਜੀਵਨ ਬਣਾ ਕੇ ਮੰਗੋ। ਕਿਸ ਤਰ੍ਹਾਂ ਦਾ ਮਹਾਰਾਜ ਜੀ ਨੇ ਸਾਨੂੰ ਜੁਗਤ ਨਹੀਂ ਦੱਸੀ। ਸਾਰੇ ਪੜਿਓ ਪਿਆਰ ਦੇ ਨਾਲ। ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ। ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ
ਭਿਖਾਰੀ ਤੇਰੇ ਹਮ ਭੀਖਕ ਭਿਖਾਰੀ ਤੇਰੇ ਹਮ ਭੀਖਕ ਭਿਖਾਰੀ ਤੇਰੇ। ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਕਦੇ ਇਸ ਤਰ੍ਹਾਂ ਦਾ ਬਣ ਕੇ ਮੰਗ ਦੇਖ ਮੰਗ ਕੇ। ਉਹ ਗੁਰਮੁਖਾ ਜੇ ਨਾਮ ਹੀ ਨਾ ਮਿਲਿਆ, ਜੇ ਮਹਾਰਾਜ ਜੀ ਨੇ ਥੋੜਾ ਜਿਹਾ ਦੇਖਿਆ ਪਰਖਿਆ ਤੇ ਤੂੰ ਇੰਤਜ਼ਾਰ ਕਰਾਇਆ, ਉਹ ਗੁਰੂ ਦੇ ਦਰ ਦਾ ਤੇ ਭਿਖਾਰੀ ਬਣ ਕੇ ਇੰਨਾ ਸਵਾਦ ਆਉਂਦਾ ਹੈ, ਇੰਨਾ ਆਨੰਦ ਆਉਂਦਾ। ਸੱਚੇ ਪਾਤਸ਼ਾਹ ਮੈਂ ਸਾਰੀ ਜ਼ਿੰਦਗੀ ਤੇਰੇ ਦਰ ਦਾ ਮੰਗਤਾ ਬਣ ਕੇ ਤੁਰਿਆ ਰਹਾਂ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮੰਗਤਾ ਬਣ ਜੀ ਇੰਨਾ ਆਨੰਦ ਹੈ, ਨਹੀਂ ਬਣਿਆ ਜਾਂਦਾ। ਤਰਸ ਆ ਜਾਂਦਾ ਨਾ ਮੰਗਤੇ ਤੇ। ਘਰੋਂ ਭਾਵੇਂ ਕਿੰਨਾ ਅਮੀਰ ਹੋਵੇ, ਜਦੋਂ ਮੰਗਣਾ ਹੋਵੇ ਉਦੋਂ ਪਾਟੇ ਕੱਪੜੇ ਪਾ ਲੈਂਦੇ ਕਈ ਮੰਗਤੇ। ਤੁਸੀਂ ਨਿਊਜ਼ ਵੀ ਸੁਣੀ ਹੋਵੇਗੀ, ਇੱਕ ਭਿਖਾਰੀ ਮਰ ਗਿਆ, ਉਹਦੇ ਘਰ ਵਿੱਚੋਂ ਕਿੰਨੇ ਕਰੋੜ ਰੁਪਈਆ ਲੱਭਿਆ ਬਾਅਦ ਚ। ਜਦੋਂ ਮੰਗਣਾ ਹੁੰਦਾ ਸੀ ਪਾਟੇ ਕੱਪੜੇ, ਹੱਥ 'ਚ ਠੂਠਾ, ਮਿੱਟੀ ਲਾ ਲੈਣੀ ਸਰੀਰ ਦੇ ਉੱਤੇ। ਉਹ ਗੁਰਸਿੱਖਾ ਤੂੰ ਆਪਣੇ ਮਨ ਦਾ ਬੇਸ ਇਦਾਂ ਦਾ ਬਣਾ, ਇਦਾਂ ਦਾ ਬੇਸ ਬਣਾ। ਆਵਤ ਹੈ ਜਾਂ ਕੈ ਭੀਖ ਮੰਗਨ ਭਿਖਾਰੀ ਦੀਨ, ਦੇਖਤ ਅਧੀਨੈ ਨਰਾਸੋ ਨਾ ਬਡਾਰ ਹੈ। ਜਦੋਂ ਗੁਰੂ ਨੇ ਦੇਖਿਆ ਵੀ ਸਿੱਖ ਨੂੰ ਕਿੰਨੇ ਸਾਲ ਹੋ ਗਏ ਨੇ ਸੰਗਤ ਦੇ ਜੋੜਿਆਂ 'ਚ ਖਲੋਤਾ ਮੰਗਤਾ ਬਣ ਕੇ, ਹੁਣ ਮੈਂ ਇਹਦੀ ਝੋਲੀ ਭਾਰੀ ਦਿਆਂ, ਤਰਸ ਆ ਜਾਣਾ ਗੁਰੂ ਨੂੰ, ਤਰਸ ਆ ਜਾਣਾ। ਫੇਰ ਸਿੱਖੀ ਮਿਲਣੀ ਗੁਰਮੁਖੋ, ਫੇਰ ਗੁਰਮਤ ਮਿਲਣੀ ਹੈ, ਫੇਰ ਨਾਮ ਮਿਲਣਾ। ਭਿਖਾਰੀ ਬਣ ਕੇ ਖਲੋ ਜੀ ਮਹਾਰਾਜ ਦੇ ਚਰਨਾਂ 'ਚ। ਸਮਾਂ ਸਮਾਪਤੀ ਵੱਲ ਵੱਧ ਰਿਹਾ, ਤਕਰੀਬਨ ਸਮਾਪਤੀ ਹੈ, ਪਰ ਮੈਨੂੰ ਪਤਾ ਅੱਜ ਲਾਸਟ ਦੀਵਾਨ ਹੈ। ਸੰਗਤਾਂ ਬੜੇ ਪਿਆਰ 'ਚ ਬੈਠੀਆਂ, 5-7 ਮਿੰਟ 'ਚ ਆਪਾਂ ਪਿੱਛੇ ਨੂੰ ਮੁੜਦੇ ਹਾਂ। ਬਾਬਾ ਬੁੱਧੂ ਸਾਹਿਬ ਜੀ ਸਤਿਗੁਰਾਂ ਦੇ ਸਾਹਮਣੇ ਖਲੋ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਤੇਰੇ ਦਰ ਤੇ ਮੰਗਤਾ ਆਇਆ ਭਿਖਾਰੀ, ਝੋਲੀ ਅੱਡ ਕੇ ਜੋ ਮੰਗਦਾ ਦੇ ਦੇ, ਇਹਦੀ ਝੋਲੀ 'ਚ ਖੈਰ ਪਾ ਦੇ। ਕੰਬ ਗਿਆ ਅੰਦਰ ਵੀ ਮੈਨੂੰ ਸ਼ੇਰੇ ਪੰਜਾਬ ਕਹਿੰਦੀ ਦੁਨੀਆ, ਇੱਥੇ ਭਿਖਾਰੀ ਆਖਿਆ ਜਾ ਰਿਹਾ। ਸੱਟ ਲੱਗੀ ਨਾ ਮਨ ਨੂੰ। ਅਰਦਾਸ ਹੋ ਗਈ, ਮਹਾਰਾਜਾ ਰਣਜੀਤ ਸਿੰਘ ਚਲੇ ਗਏ ਵਾਪਸ। ਜਿਹੜੀ ਮਹਿਮਤ ਤੇ ਗਏ ਸੀ, ਮਹਾਰਾਜ ਦੀ ਖੇਡ ਵਰਤੀ, ਉਹਦੇ 'ਚ ਜਿੱਤ ਮਿਲੀ, ਫਤਿਹ ਹੋ ਗਈ, ਫਤਿਹ ਹੋ ਗਈ। ਗੁਰਮੁਖੋ ਜਿੱਤ ਕੇ ਹੁਣ ਵਾਪਸ ਆ ਰਿਹਾ ਹੈ, ਤੇ ਮਨ ਦੇ ਵਿੱਚ ਇਹ ਖਿਆਲ ਆ ਗਿਆ ਵੀ ਇਹਨਾਂ ਦੀ ਅਰਦਾਸ ਨਾਲ ਮੈਨੂੰ ਜਿੱਤ ਮਿਲੀ ਹੈ, ਤੇ ਮੈਂ ਹੁਣ ਜਾ ਕੇ ਇਹਨਾਂ ਨੂੰ ਪੁੱਛ ਲਾਂ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤੇ ਨਹੀਂ, ਜੇ ਲੋੜ ਹੈ ਤੇ ਦੱਸੋ। ਅਸੀਂ ਵੀ ਤੇ ਇਦਾਂ ਹੀ ਕਰਦੇ ਹਾਂ, ਜਦੋਂ ਕੁਝ ਮੰਗਣਾ ਹੋਵੇ ਉਦੋਂ ਮੰਗਤੇ ਬਣ ਜਾਂਦੇ ਹਾਂ, ਜਦੋਂ ਦਾਤ ਮਿਲ ਗਈ ਫਿਰ ਦੇਣ ਵਾਲਾ ਦਾਤਾਰ ਭੁੱਲ ਗਿਆ, ਉਹ ਛੋਟਾ ਜਿਹਾ ਰਹਿ ਗਿਆ, ਛੋਟਾ ਜਿਹਾ। ਬਾਣੀ ਗਹਿਰੀ ਅਰਦਾਸ ਨਹੀਂ ਕਹਿੰਦਾ। ਸਾਹਿਬ ਜੀ ਕਹਿੰਦੇ ਕੀਤੇ ਕੋ ਮੇਰਾ ਸਮਾਨੈ, ਕਰਨ ਹਾਰ ਤ੍ਰਿਣ ਜਾਣੈ। ਕਹਿੰਦੇ ਜਿਹਨੇ ਕੀਤਾ ਸੀ ਸਾਰਾ ਕੁਝ, ਉਹ ਤੇ ਛੋਟਾ ਜਿਹਾ ਤੀਲਾ ਬਣ ਕੇ ਰਹਿ ਗਿਆ ਵੀ ਗੁਰੂ ਸਾਹਿਬ ਨੂੰ ਕਦੇ ਕਦੇ ਮਿਲਿਆ ਕਰਾਂਗੇ, ਹੁਣ ਕੀ ਲੋੜ ਹੈ ਜਾਣ ਦੀ, ਕਦੇ ਕਦੇ। ਤੇ ਜੋ ਕੁਝ ਮਿਲਿਆ ਸੀ ਉਹ ਪਹਾੜ ਬਣ ਗਿਆ ਜੀਵਨ 'ਚ, ਉਹ ਵੱਡਾ ਬਣ ਗਿਆ, ਦੇਣ ਵਾਲਾ ਛੋਟਾ ਹੋ ਗਿਆ। ਤੇ ਸੱਚ ਜਾਣਿਓ, ਆਪਾਂ ਤੇ ਕਹਿੰਦੇ ਆ ਮਨਮੁਖ ਉਹ ਹੈ ਜਿਨੇ ਅੰਮ੍ਰਿਤ ਨਹੀਂ ਛਕਿਆ। ਬਾਣੀ ਕਹਿੰਦੀ ਹੈ ਸਭ ਤੋਂ ਵੱਡਾ ਮਨਮੁਖ ਉਹ ਹੈ ਜਿਹੜਾ ਦਾਤ ਨੂੰ ਵੱਡੀ ਸਮਝੇ ਤੇ ਦਾਤੇ ਨੂੰ ਛੋਟਾ ਸਮਝੇ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਭ ਤੋਂ ਵੱਡਾ ਮਨਮੁਖ ਉਹ ਹੈ। ਦਿਨ ਦੇ ਥਾਮੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਜਿਨੇ ਦਿੱਤਾ ਉਹਦੇ ਨਾਲੋਂ ਮਿਲੀ ਹੋਈ ਚੀਜ਼ ਨੂੰ ਚੰਗੀ ਸਮਝਣ ਲੱਗ ਜੇ, ਉਹ ਮਨਮੁਖਾਂ ਦੀ ਲਿਸਟ 'ਚ ਆ ਗਿਆ।
ਆ ਸਿੰਘ ਕਈ ਵਾਰੀ ਵਿਚਾਰ ਕਰਦੇ ਹੁੰਦੇ, ਗੁਰਮੁਖੋ ਹਾਸੇ ਵਾਲੀ ਗੱਲ ਆ, ਥੋੜੀ ਜੀ ਮਾਈਂਡ ਨਾ ਕਰਿਓ। ਅਸੀਂ ਆਪਸ ਵਿੱਚ ਬੈਠ ਕੇ ਵਿਚਾਰ ਕਰਦੇ ਹੁੰਦੇ ਆ ਵੀ ਕਰੀ ਦੀ ਗੁਰੂ ਦੀ ਗੱਲ, ਮੰਗੀ ਦਾ ਕਿਸੇ ਤੋਂ ਕੁਝ ਹੈ ਨਹੀਂ, ਜੇ ਕੋਈ ਦੇ ਦੇ ਤੇ ਮਨਾ ਵੀ ਨਹੀਂ ਕਰੀਦਾ, ਕਿਉਂਕਿ ਸਥਾਨ ਚੱਲਦੇ ਆ, ਸੰਸਥਾ ਚੱਲਦੀ ਹੈ। ਪਰ ਹੈਰਾਨ ਹੋ ਜੀਦਾ ਵੀ ਜਿਹੜੇ ਗੁਰਸਿੱਖ ਹੱਥ ਜੋੜ ਕੇ ਬੜੇ ਪਿਆਰ ਨਾਲ ਫਤਿਹ ਬੁਲਾਉਂਦੇ ਸੀ, ਗਲੇ ਲਾਉਂਦੇ ਸੀ, ਹੁਣ ਕੋਲੋਂ ਦੀ ਲੰਘ ਜਾਂਦੇ ਆ। ਇੱਕ ਸਿੰਘ ਕਹਿੰਦਾ ਲੱਗਦਾ ਪੱਕੇ ਹੋ ਗਏ ਹੋਣੇ, ਹੁਣ ਪੱਕੇ ਪਾਸਪੋਰਟ ਮਿਲ ਗਏ ਉਹਨਾਂ ਨੂੰ, ਹੁਣ ਨਹੀਂ ਲੋੜ। ਪਹਿਲਾਂ ਕਹਿੰਦੇ ਹੁੰਦੇ ਸੀ ਅਰਦਾਸ ਕਰੋ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੇ ਕੰਮਕਾਰ ਠੀਕ ਹੋ ਜਾਣ। ਕਹਿੰਦੇ ਹੁਣ PR ਮਿਲ ਗਈ ਹੋਣੀ, ਹੁਣ ਕੀ ਲੋੜ ਹੈ। ਇਹ ਸੱਚ ਹੈ ਗੁਰਮੁਖੋ, ਬਿਲਕੁਲ। ਜਦੋਂ ਆਪਾਂ ਦਿੱਤੀਆਂ ਹੋਈਆਂ ਦਾਤਾਂ ਨੂੰ ਬਹੁਤਾ ਪਿਆਰ ਕਰਕੇ ਦਾਤਾਰ ਨੂੰ ਭੁੱਲ ਜਾਂਦੇ ਆ, ਤੇ ਸਾਡੇ ਮਨ ਵਿੱਚ ਫਿਰ ਹੰਕਾਰ ਭਾਵੀ ਹੋ ਜਾਂਦਾ। ਮਨ 'ਚ ਵਿਚਾਰ ਆ ਗਿਆ, ਇਹਨਾਂ ਨੇ ਅਰਦਾਸ ਕੀਤੀ ਸੀ ਮੇਰੀ ਜਿੱਤ ਹੋ ਗਈ, ਚਲੋ ਮੈਂ ਇਹਨਾਂ ਨੂੰ ਪੁੱਛ ਲੈਣਾ ਵੀ ਜੇ ਕੁਝ ਚਾਹੀਦਾ, ਮੇਰੇ ਕੋਲ ਕਿਹੜਾ ਘਾਟਾ ਕਿਸੇ ਚੀਜ਼ ਦਾ, ਦੇ ਦਿੰਨੇ ਆ। ਚਲੇ ਗਿਆ, ਘੋੜੇ ਤੋਂ ਉਤਰ ਕੇ ਜਾ ਕੇ ਬਾਬਾ ਬੁੱਧੂ ਸਾਹਿਬ ਜੀ ਨੂੰ ਕਹਿੰਦਾ ਜੀ ਵਧਾਈ ਜੇ ਤੁਹਾਨੂੰ ਜਿੱਤ ਹੋਈ ਹੈ, ਤੁਸੀਂ ਮੰਗੋ ਕੀ ਚਾਹੀਦਾ, ਜੋ ਚਾਹੋਗੇ ਮੈਂ ਦੇਣ ਨੂੰ ਤਿਆਰ ਹਾਂ। ਧੰਨ ਬਾਬਾ ਬੁੱਧੂ ਸਾਹਿਬ ਜੀ ਨੇ ਫੇਰ ਬਾਂਹ ਤੋਂ ਫੜਿਆ, ਲੈ ਗਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ, ਅੱਖਾਂ 'ਚ ਆ ਗਏ ਹੰਝੂ। ਸੱਚੇ ਪਾਤਸ਼ਾਹ ਭਰੋਸਾ ਤੇ ਤੇਰੇ ਚਰਨਾਂ ਦੇ ਪਹਿਲਾਂ ਹੀ ਬੜਾ ਸੀ, ਪਰ ਅੱਜ ਭਰੋਸਾ ਪਰਪੱਕ ਹੋ ਗਿਆ। ਜਿਹੜਾ 4 ਦਿਨ ਪਹਿਲਾਂ ਤੇਰੇ ਦਰ ਤੇ ਭਿਖਾਰੀ ਬਣ ਕੇ ਆਇਆ ਸੀ, ਅੱਜ ਦਾਤਾ ਬਣ ਕੇ ਮੁੜਿਆ। 4 ਦਿਨ ਪਹਿਲਾਂ ਕੁਝ ਮੰਗਣ ਆਇਆ ਸੀ, ਮੇਰੇ ਦਾਤਿਆ ਇੱਕ ਅਰਦਾਸ ਦੇ ਨਾਲ ਤੂੰ ਉਹਨੂੰ ਦਾਤਾ ਬਣਾਤਾ। ਦਾਤਾ ਅੱਜ ਕੁਝ ਲੈਣ ਨਹੀਂ ਆਇਆ, ਅੱਜ ਕਹਿੰਦਾ ਮੇਰੇ ਤੋਂ ਤੁਸੀਂ ਕੁਝ ਲੈ ਲਓ, ਅੱਜ ਮੇਰੇ ਤੋਂ ਤੁਸੀਂ ਕੁਝ ਲੈ ਲਓ। ਦੇਖੋ ਮਹਾਂਪੁਰਖਾਂ ਦਾ ਮਨ ਫੇਰ ਨਹੀਂ ਡੋਲਿਆ, ਫਿਰ ਵੀ ਇਹ ਅਵਸਥਾ ਬਣੀ ਹੈ। ਸਾਰੇ ਪੜ੍ਹਦੀ ਇੱਕ ਵਾਰੀ ਪਿਆਰ ਨਾਲ ਫੇਰ ਸਮਾਪਤੀ। ਐਸੀ ਲਾਲ ਤੁਝ ਬਿਨ ਕੌਣ ਕਰੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਐਸੀ ਲਾਲ ਤੁਝ ਬਿਨ ਕੌਣ ਕਰੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਰੇ ਜਪੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ
ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 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 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਰੀ ਸੰਗਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 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 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਆਗਿਆ ਭਈ ਅਕਾਲ ਕੀ ਅਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਜਿਹੜਾ ਮੰਗਤਾ ਬਣ ਕੇ ਆਇਆ ਸੀ ਦਾਤਿਆ, ਤੂੰ ਦਾਤਾ ਬਣਾਤਾ। ਇਹ ਤੂੰ ਹੀ ਕਰ ਸਕਦਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰ। ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਧੰਨ ਹੈ ਗੁਰਸਿੱਖਾ, ਮੇਰੇ ਜੀਵਨ ਦੇ ਉੱਤੇ ਹੰਕਾਰ ਦੀ ਬੈਠੀ ਹੋਈ ਮੱਖੀ ਨੂੰ ਤੂੰ ਉਡਾਤਾ, ਹਾਮੇ ਦੀ ਮੱਖੀ ਨੂੰ ਉਡਾਤਾ। ਫਿਰ ਦੇਖੋ ਇਸ ਤਰ੍ਹਾਂ ਦਾ ਜੀਵਨ ਘੜਿਆ ਗਿਆ ਉਹਨਾਂ ਦਾ। ਜ਼ਿੰਦਗੀ ਦੇ ਵਿੱਚ ਕੋਈ ਵੀ ਕੀਮਤੀ, ਕੋਈ ਵੀ ਸੋਹਣੀ ਚੀਜ਼ ਮਿਲਦੀ ਨਾ, ਅੱਜ ਵੀ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਵਿੱਚ ਜਾ ਕੇ ਦੇਖੋ, ਉਹਨਾਂ ਵੱਲੋਂ ਭੇਟਾ ਕੀਤੀਆਂ ਹੋਈਆਂ ਕੀਮਤੀ ਚੀਜ਼ਾਂ ਮੌਜੂਦ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਇਹ ਚੀਜ਼ਾਂ ਮੈਂ ਕੀ ਕਰਨੀਆਂ, ਇਹ ਮਿੱਟੀ, ਇਹ ਸਰੀਰ, ਮੈਂ ਇਹਨਾਂ ਨੂੰ ਕਿਉਂ ਵਰਤਾਂ, ਮੇਰੇ ਮਾਲਕਾ ਇਹ ਤੇਰੇ ਘਰ 'ਚ ਸੋਭਾ ਪਾਉਣਗੀਆਂ। ਉੱਥੇ ਲਿਜਾ ਕੇ ਭੇਟ ਕਰਦੇ, ਕਿਉਂਕਿ ਜੀਵਨ ਘੜਨ ਵਾਲੇ ਮਿਲਦੇ ਰਹੇ ਨਾਲ ਨਾਲ। ਸੰਗਤ ਉਹਨਾਂ ਦੀ ਮਿਲਦੀ ਰਹੇ ਜਿਹੜੇ ਚਾਪਲੂਸ ਨਾ ਹੋਣ। ਗੁਰਮਖੋ, ਅਸਲੀ ਮਿੱਤਰ ਕੌਣ ਹੈ? ਜਿਹੜਾ ਤੁਹਾਡੇ ਔਗਣ ਦੱਸਦਾ ਹੈ, ਜਿਹੜਾ ਤੁਹਾਡੀਆਂ ਸਿਫਤਾਂ ਦੇ ਪੁਲ ਬੰਨਦਾ, ਉਹ ਮਿੱਤਰ ਨਹੀਂ ਹੁੰਦਾ, ਉਹ ਅਸਲ ਗੁੱਝਾ ਦੁਸ਼ਮਣ ਹੁੰਦਾ ਸਾਡਾ। ਜਿਹੜੇ ਸਾਡੇ ਔਗਣਾਂ ਨੂੰ ਬਾਹਰ ਕੱਢਣ, ਸਾਡੀਆਂ ਗਲਤੀਆਂ ਦਾ ਸਾਨੂੰ ਅਹਿਸਾਸ ਕਰਨ, ਉਹ ਅਸਲੀ ਮਿੱਤਰ ਨੇ। ਉਹ ਮਿੱਤਰ ਲੱਭੋ। ਤੇ ਗੁਰਮਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਅੰਦਰ ਦੀ ਅਵਸਥਾ ਬਣੇ। ਮੈਂ ਗਰੀਬ ਸੱਜ ਟੇਕ, ਤੂੰ ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ। ਰਾਜਮਾਲ ਜੰਜਾਲ ਕਾਜ ਨਾ ਕਿਤੇ ਗਨੋ, ਇਹ ਚੀਜ਼ਾਂ ਕਿਸੇ ਗਿਣਤੀ 'ਚ ਨਹੀਂ ਆਉਣੀਆਂ। ਨਾ ਲਿਸਟਾਂ ਬਣਾਈ ਜੋ ਰਾਤ ਨੂੰ ਵੀ ਨਹੀਂ ਨੀਂਦ ਆਉਂਦੀ, ਲਿਸਟਾਂ ਬਣਾ ਰਿਹਾ ਬੰਦਾ। ਮਹਾਰਾਜ ਜੀ ਨੇ ਗੱਲ ਹੀ ਖਤਮ ਕਰਤੀ, ਕਹਿੰਦੇ ਕਿਸੇ ਗਿਣਤੀ 'ਚ ਨਹੀਂ। ਰਾਜਮਾਲ ਜੰਜਾਲ ਕਾਜ ਨਾ ਕਿਤੇ ਗਨੋ, ਹਰ ਕੀਰਤਨ ਆਧਾਰ ਨੇ ਚਲੇ ਤਨੋ। ਆ ਜਿਹੜਾ ਧਨ ਤੁਸੀਂ 8 ਦਿਨ ਇਕੱਠਾ ਕੀਤਾ, ਇਹ ਨਾਲ ਜਾਣਾ, ਇਹ ਨਾਲ ਜਾਣਾ। ਸੰਗਤਾਂ ਕਿੰਨੀ ਦੂਰੋਂ ਦੂਰੋਂ ਇਹ ਧਨ ਇਕੱਠਾ ਕਰਨ ਆਉਂਦੀਆਂ ਗੁਰੂ। ਇਹ ਜੀ ਦੇ ਨਾਲ ਜਾਣਾ, ਇਹ ਜਿੰਦ ਦੇ ਨਾਲ ਜਾਣ ਵਾਲਾ ਧਨ ਹੈ ਜਿਹੜਾ ਤੁਸੀਂ ਇਕੱਠਾ ਕੀਤਾ। ਹਰ ਕੀਰਤਨ ਆਧਾਰ ਨੇ ਚਲੇ ਤਨੋ, ਜੇਤੇ ਮਾਇਆ ਰੰਗ ਤੇਤ ਪਛਾਵਿਆ। ਮਾਇਆ ਬੜੇ ਰੰਗ ਦਿਖਾਉਂਦੀ ਹੈ, ਪਰਛਾਵੇਂ ਦੀ ਤਰ੍ਹਾਂ ਢਲ ਜਾਣ ਵਾਲੇ ਨੇ ਸਾਰੇ। ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ। ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਮਾਤਮਾ ਦਾ ਨਾਮ ਹੈ, ਪਰ ਗੁਰੂ ਨੂੰ ਮਿਲ ਕੇ ਗਾਇਆ ਜਾਂਦਾ, ਗੁਰੂ ਵਾਲੇ ਬਣ ਕੇ ਗਾਇਆ ਜਾਂਦਾ। ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ। हे ਮੇਰੇ ਮਾਲਕਾ, ਤੂੰ ਬੜਾ ਡੂੰਘਾ, ਬੜੇ ਵੱਡੇ ਦਿਲ ਦਾ ਮਾਲਕ ਹੈ, ਬੜੀ ਵਿਸ਼ਾਲ ਸੋਚ ਦਾ ਮਾਲਕ ਹੈ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਏ ਰੇ, ਮੈਨੂੰ ਤੇਰਾ ਹੀ ਆਸਰਾ, ਤੇਰਾ ਹੀ ਆਸਰਾ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਆਸਰਾ ਲਈਏ ਮਹਾਰਾਜ ਦਾ। ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ, ਅੰਮ੍ਰਿਤ ਛਕੋ, ਗੁਰੂ ਕੇ ਜਹਾਜ਼ੇ ਚੜੋ। ਅੱਜ ਗੁਰੂ ਕਹਿ ਰਿਹਾ, ਸਿੱਖਾ ਤੂੰ ਆ ਜਾ ਮੇਰੀ ਗੋਦ ਵਿੱਚ, ਮੇਰੀਆਂ ਬਾਹਾਂ 'ਚ, ਮੇਰੀ ਗਲਵਕੜੀ 'ਚ। ਇੱਕ ਦਿਨ ਮੌਕਾ ਆਏਗਾ, ਫਿਰ ਆਪਾਂ ਰੁਲ ਰੁਲ ਕੇ ਅੰਮ੍ਰਿਤ ਮੰਗਾਂਗੇ, ਰੁਲਦੇ ਫਿਰਾਂਗੇ ਗੁਰਮੁਖੋ, ਫੇਰ ਨਹੀਂ ਮਿਲਣਾ। ਇਹ ਮੌਕਾ ਹੀ ਹੈ। ਕਰਨੋ ਹੋਤ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ, ਲੰਘ ਜਾਣਾ ਸਮਾਂ, ਰਮ ਗਇਓ, ਤੁਰ ਗਿਆ ਸਮਾਂ। ਅਬ ਕਿਉਂ ਰੋਵਤ ਅੰਧ, ਅੰਧਿਆ ਅਗਿਆਨੀਆਂ। ਹੁਣ ਰੋਣ ਦਾ ਕੀ ਫਾਇਦਾ, ਹੁਣ ਨਾ ਰੋ।
ਜਦੋਂ ਸਮਾਂ ਸੀ ਉਦੋਂ ਗੁਰੂ ਦੀ ਗੱਲ ਨਹੀਂ ਸੁਣੀ। ਸੁਣ ਲਈਏ ਗੁਰੂ ਦਾ ਹੁਕਮ, ਚੜ ਜੀਏ ਵੇੜੇ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜੀਏ ਗੁਰਮਖੋ। ਇਹ ਜ਼ਿੰਦਗੀ ਕਿੰਨੀ ਛੋਟੀ ਹੈ, ਦੇਖੋ ਭੱਜਿਆ ਹੀ ਜਾ ਰਿਹਾ ਸਮਾਂ, ਲੰਘਦੀਆਂ ਜਾਂਦੀਆਂ ਘੜੀਆਂ, ਸੰਭਾਲ ਲਈਏ ਇਹਨੂੰ। ਗੁਰੂ ਵਾਲੇ ਬਣ ਕੇ ਗੁਰੂ ਗੁਰੂ ਜਪਣਾ ਸ਼ੁਰੂ ਕਰ ਦਈਏ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਬਹੁਤ ਹੀ ਪਿਆਰ ਸੰਗਤਾਂ ਨੇ ਬਖਸ਼ਿਸ਼ ਕੀਤਾ, ਬੜੀਆਂ ਅਸੀਸਾਂ ਬਖਸ਼ਿਸ਼ ਕੀਤੀਆਂ, ਬੜੀ ਇਕਾਗਰਤਾ ਗੁਰੂ ਪਾਤਸ਼ਾਹ ਜੀ ਨੇ ਵਰਤਾਈ ਹੈ ਸਾਰੇ ਦੀਵਾਨਾਂ 'ਚ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਕਈ ਸੰਗਤਾਂ ਸਾਨੂੰ ਹੌਸਲਾ ਦਿੰਦੀਆਂ, ਐਪਰੀਸ਼ੀਏਟ ਕਰਦੀਆਂ ਕਿ ਬੜਾ ਆਨੰਦ ਆਉਂਦਾ ਹੈ, ਬੜੀ ਇਕਾਗਰਤਾ ਹੈ। ਗੁਰਮੁਖੋ, ਜੇ ਪ੍ਰਬੰਧਕਾਂ ਦਾ ਇੰਨਾ ਸਹਿਯੋਗ ਨਾ ਹੁੰਦਾ, ਆਪ ਸਾਰੀਆਂ ਸੰਗਤਾਂ ਦਾ ਇੰਨਾ ਪਿਆਰ ਨਾ ਹੁੰਦਾ, ਦੂਸਰੀ ਗੱਲ ਜੇ ਖੁੱਲਾ ਸਮਾਂ ਨਾ ਹੁੰਦਾ, ਆਪਣੇ ਕੋਲ ਖੁੱਲ ਕੇ ਗੁਰੂ ਦੀ ਗੱਲ ਕਰਨ ਦਾ ਸਮਾਂ ਨਾ ਹੁੰਦਾ। ਕਿੰਨਾ ਖੁੱਲਾ ਸਮਾਂ, ਰੋਜ਼ 1.5 ਘੰਟਾ ਤੋਂ ਵੀ ਉੱਪਰ ਚੱਲ ਜਾਂਦਾ ਸਮਾਂ, ਪਰ ਸੰਗਤ ਨੇ ਮਨ 'ਚ ਕਦੇ ਰੋਸ ਹੀ ਨਹੀਂ ਕੀਤਾ। ਖੁੱਲਾ ਸਮਾਂ ਬਖਸ਼ਿਆ ਪ੍ਰਬੰਧਕਾਂ ਨੇ, ਖੁੱਲ ਕੇ ਵਿਚਾਰਾਂ ਹੋਈਆਂ। ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਹੁਣਾਂ ਦੇ ਪਰਿਵਾਰ ਦੀ ਬੜੀ ਸਪੋਰਟ ਰਹੀ ਹੈ, ਬੜੀਆਂ ਅਸੀਸਾਂ ਰਹੀਆਂ ਇਹਨਾਂ ਦੀਆਂ ਨਾਲ ਨਾਲ। ਇਹ ਸਾਰੀ ਇਕਾਗਰਤਾ ਗੁਰਮੁਖੋ ਸਭ ਕੁਝ ਮਿਲੇ, ਇਕੱਠਾ ਹੋ ਜੇ, ਟਿਊਨ ਹੋ ਜੇ ਸਾਰਾ ਕੁਝ, ਤਾਂ ਹੀ ਗੱਲ ਬਣਦੀ ਹੈ। ਸਾਰਿਆਂ ਦਾ ਸਹਿਯੋਗ ਮਿਲਦਾ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੀ ਸੇਵਾ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਬੀਬੀਆਂ ਭੈਣਾਂ ਮਾਤਾਵਾਂ ਲੰਗਰਾਂ ਦੀ ਸੇਵਾ ਜੋ ਕਰਦੇ ਆ, ਸਾਰਿਆਂ ਦੀ ਸੇਵਾ ਲੇਖੇ ਪਵੇ। ਜਿੰਨੇ ਵੀ ਪ੍ਰਬੰਧਕਾਂ ਆਪ ਜੀ ਵਧਾਈ ਦੇ ਪਾਤਰ ਹੋ। ਇਹ ਸਮਾਗਮ ਲੰਘ ਰਿਹਾ, ਆਉਣ ਵਾਲੇ ਸਮਾਗਮਾਂ ਦੀਆਂ ਡੇਟਾਂ ਅਨਾਉਂਸ ਹੋ ਰਹੀਆਂ ਨਾਲ ਨਾਲ। ਇਹ ਚੱਲਦਾ ਰੱਖੋ ਗੁਰਮੁਖੋ, ਵਗਦੇ ਪਾਣੀ ਸਾਫ਼ ਰਹਿੰਦੇ ਆ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਣ, ਇਸ ਦਰ ਘਰ ਨੂੰ ਚੜ੍ਹਦੀ ਕਲਾ ਤੇ ਬੁਲੰਦੀ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵੱਧ ਤੋਂ ਵੱਧ ਆਪਣੇ ਨਾਮ ਨੋਟ ਕਰਾਓ, ਅੰਮ੍ਰਿਤ ਛਕੋ, ਗੁਰੂ ਕੇ ਜਹਾਜ਼ੇ ਚੜ੍ਹੋ। ਜਿਨ੍ਹਾਂ ਦੇ ਮਨ ਬਣੇ ਆ, ਅੰਮ੍ਰਿਤ ਗੁਰੂ ਦਾ ਹੈ। ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਆ, ਇਹ ਭੁੱਲ ਜਾਓ ਵੀ ਕਿਹੜੀ ਸੰਪਰਦਾ, ਕਿਹੜੀ ਜਥੇਬੰਦੀ, ਕਿੱਥੋਂ ਆਏ, ਕੌਣ ਨੇ। ਉਹਨਾਂ 'ਚ ਗੁਰੂ ਫਿਰ ਉਦੋਂ ਵਰਤਦਾ, ਆਪ ਗੁਰੂ ਵਰਤਦਾ ਉਹਨਾਂ 'ਚ। ਇਸ ਕਰਕੇ ਕਦੇ ਵੀ ਮਨ ਦੇ ਵਿੱਚ ਇਹ ਖਿਆਲ ਨਹੀਂ ਕਰਨਾ ਚਾਹੀਦਾ। ਜੇ ਇਹ ਖਿਆਲ ਕਰੋਗੇ ਤੁਸੀਂ ਬੰਦਿਆਂ ਦੇ ਸਿੱਖ ਬਣੋਗੇ, ਗੁਰੂ ਦੇ ਨਹੀਂ ਬਣਦੇ। ਫਿਰ ਗੁਰੂ ਦੇ ਸਿੱਖ ਤੁਸੀਂ ਉਦੋਂ ਬਣੋਗੇ ਜਦੋਂ ਤੁਹਾਨੂੰ ਗੁਰੂ ਦਿਸੇਗਾ। ਗੁਰੂ ਕਹਿ ਰਿਹਾ ਤੁਹਾਡੇ ਕੇਸਾਂ 'ਚ ਅੰਮ੍ਰਿਤ ਛਿੜਕ ਰਿਹਾ, ਕਹਿ ਰਿਹਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਬੋਲ ਰਿਹਾ, ਉਹ ਸਰੀਰ ਨਹੀਂ ਹੁੰਦੇ ਉਦੋਂ ਗੁਰਮੁਖ, ਉਦੋਂ ਗੁਰੂ ਵਰਤਦਾ ਵਿੱਚ। ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ, ਕੱਲ ਤੋਂ ਗੁਰਦੁਆਰਾ ਸਾਹਿਬ ਟੀਪੁਕੀ ਵਿਖੇ ਰਾਤਰੀ ਦੇ ਦੀਵਾਨ ਸ਼ੁਰੂ ਹੋ ਰਹੇ ਨੇ। ਜਿਨ੍ਹਾਂ ਸੰਗਤਾਂ ਕੋਲ ਸਮਾਂ ਹੋਵੇ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਉੱਥੇ ਵੀ ਪਹੁੰਚ ਕੇ ਵੱਧ ਤੋਂ ਵੱਧ ਆਪ ਜੀ ਨੇ ਲਾਹੇ ਲੈਣੇ। ਅਖੀਰ ਵਿੱਚ ਫਿਰ ਸਭਨਾਂ ਦਾ ਧੰਨਵਾਦ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਓ ਸਾਰੇ ਪਿਆਰ ਨਾਲ ਜਪੀਏ ਜੀ। ਰਾਮ ਕਲੀ ਮਹੱਲਾ ਤੀਜਾ ਆਨੰਦ। ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੇ ਕਾਰੋ ਹਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ
ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਨਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਪੜੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਕਾ ਸਭ ਗਵਾਇਆ ਹਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਨਿਤ ਕਰ ਸੁਭਾਗੈ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਬਾਲ ਕੰਠ ਮਾਰਿਆ ਗੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਕਬ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸਤੀ ਬਾਣੀ ਸੰਤ ਸਾਧਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਗਾਇਆ ਮਿਲੈ ਸਗਲ ਜਗਤ ਕੰਗਿਆਈਆਂ ਬੁਰਿਆਈਆਂ ਵਾਚ ਧਰਮ ਦੂਰ ਕਰਨੀ ਆਪੋ ਆਪਣੀ ਕੇ ਨੇੜੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਭਾਲੇ ਨਾਨਕ ਤੇ ਮੁਖ ਉਜੜੇ ਇਤੀ ਸ਼ੁਕੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜੜੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ